ਹੈਲੋ एवरीवन ਵੈਰੀ ਗੁੱਡ ਈਵਨਿੰਗ ਟੂ ਆਲ ਵੈਲਕਮ ਟੂ ਸਕਸੈਸ ਟੀ ਪੰਜਾਬ ਸਫਲਤਾ ਦੇ ਰੁੱਖ ਵਿੱਚ ਤੁਹਾਡਾ ਸਾਰਾ ਦਾ ਨਿੱਘਾ ਸਵਾਗਤ ਹੈ। ਮੇਰਾ ਨਾਮ ਹੈ ਜਸਕਰਨ ਸਿੰਘ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਦੇ ਸੈਸ਼ਨ ਦੀ ਗੱਲ ਕਰੀਏ, ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਕੀ ਕਵਰ ਕਰਨ ਜਾ ਰਹੇ ਹਾਂ। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਕਰਾਂਗੇ ਮੋਸਟ ਇੰਪੋਰਟੈਂਟ ਕੁਐਸਚਨ ਅਗਸਤ ਦੇ, ਜਿਹਦੇ ਵਿੱਚ ਆਪਾਂ ਅੱਜ ਦਾ ਕੀ ਕਰਾਂਗੇ, ਅਗਸਤ ਦਾ ਪਾਰਟ 4 ਕਰ ਰਹੇ ਹਾਂ। ਪਹਿਲਾਂ ਪਾर्ट 3 ਆਪਾਂ ਕਰ ਚੁੱਕੇ ਹਾਂ, ਜਿਹਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਜਿਹੜੇ ਆਪਾਂ ਅਗਸਤ ਤੇ ਕਵਰ ਕੀਤੇ। ਇਸ ਤੋਂ ਸਿਵਾ ਆਪਾਂ ਸਤੰਬਰ ਕਵਰ ਚ ਕਰ ਚੁੱਕੇ ਹਾਂ, ਅਗਸਤ ਕਵਰ ਕਰ ਚੁੱਕੇ ਹਾਂ ਤੇ ਜੁਲਾਈ ਵੀ ਕਵਰ ਕਰ ਸਕਦੇ। ਈਵਨ ਕਿ ਇੱਕ ਕਲਾਸ ਦੇ ਵਿੱਚ ਆਪਾਂ ਥੋੜਾ ਬਹੁਤਾ ਜੂਨ ਵੀ ਕੀਤਾ ਸੀ। ਤੇ ਅੱਜ ਦੀ ਗੱਲ ਕਰੀਏ, ਅੱਜ ਆਪਣੇ ਕੋਲ ਕੀ ਹੈ, ਅਕਤੂਬਰ ਪਾर्ट 4। ਅਕਤੂਬਰ ਪਹਿਲਾਂ ਵੀ ਅਕਤੂਬਰ ਬੋਲਿਆ ਸੀ ਨਾ, ਚਲੋ ਠੀਕ ਹੈ। ਐਨੀਵੇ ਸਭ ਤੋਂ ਪਹਿਲਾ ਕੁਐਸਚਨ ਦੇਖੋ ਆਪਣੇ ਕੋਲ ਕੀ ਹੈ। Which of the following countries has launched a solar observatory? ਕੀ ਨਾਮ ਉਹ ਰੱਖਿਆ ਉਹਦਾ, ਕਾਫੂ 1 ਸੈਟਲਾਈਟ। ਠੀਕ ਹੈ, ਹੁਣ ਸੋਲਰ ਆਬਜ਼ਰਵੇਟਰੀ ਹੈ ਨਾ, ਮਤਲਬ ਕੀ ਹੈ ਵੀ ਉਹ ਕਿਹਦੇ ਲਈ ਕੰਮ ਹੋ ਰਿਹਾ, ਉਹ ਸਨ ਲਈ ਕੀਤਾ ਜਾਊਗਾ। ਮਤਲਬ ਇੱਕ ਸੈਟਲਾਈਟ ਯੂਜ਼ ਕੀਤਾ ਕਾਹਦੇ ਲਈ, ਸਨ ਦੀ ਸਟੱਡੀ ਕਰਨ ਲਈ। ਸਨ ਦੀ ਸਟੱਡੀ ਕਰਨ ਲਈ ਇੱਕ ਸੈਟਲਾਈਟ ਹੈ ਲਾਂਚ ਕੀਤਾ ਗਿਆ, ਉਹਦਾ ਨਾਮ ਕੀ ਰੱਖਿਆ ਗਿਆ, ਕਾਫੂ 1 ਸੈਟਲਾਈਟ। ਉਹ ਕਿਹਦੇ ਦੁਆਰਾ ਕੀਤਾ ਗਿਆ, ਤਾਂ ਆਪਣੇ ਕੋਲ ਰਾਈਟ ਆਂਸਰ ਕੀ ਆ ਜਾਊਗਾ, ਚਾਈਨਾ ਦੁਆਰਾ। ਕਿਹਦੇ ਦੁਆਰਾ ਕੀਤਾ ਗਿਆ, ਚਾਈਨਾ ਦੁਆਰਾ ਕੀਤਾ ਗਿਆ। Which of the following companies has launched the first of its kind pilot project in India on flex fuel strong hybrid electric vehicle FFV shelf that can run 100% ethanol? ਹੁਣ ਦੇਖੋ ਇੱਕ ਕੰਪਨੀ ਨੇ ਨਾ ਇੱਕ ਨਵੀਂ ਚੀਜ਼ ਲੱਭੀ ਹੈ, ਨਵੀਂ ਚੀਜ਼ ਲੱਭੀ ਤਾਂ ਨਹੀਂ ਹੈ, ਮੈਂ ਉਹਨੂੰ ਇੱਦਾਂ ਤਾਂ ਨਹੀਂ ਕਹੂੰਗਾ, ਲੇਕਿਨ ਇੱਕ ਕੰਪਨੀ ਵੱਲੋਂ ਫਲੈਕਸ ਫਿਊਲ ਦਾ ਯੂਜ਼ ਕੀਤਾ ਗਿਆ। ਕਾਹਦਾ, ਫਲੈਕਸ ਫਿਊਲ। ਹੁਣ ਫਲੈਕਸ ਫਿਊਲ ਦਾ ਕੀ ਮਤਲਬ ਹੈ, ਉਹਦਾ ਮਤਲਬ ਇਹ ਹੈ ਕਿ ਜਿਹੜੀ ਵੀ ਉਹਦੀ ਵਹੀਕਲ ਹੋਊਗਾ ਉਹ ਕੀ ਹੋਊਗਾ, ਕਿੱਥੇ ਗਿਆ ਆ ਰਿਹਾ, 100% ਕੀ ਚੱਲੂਗਾ, ਉਹ ਐਥਨੋਲ ਤੇ ਚੱਲੂਗਾ। 100% ਐਥਨੋਲ ਤੇ ਜਾਊਗਾ। ਤਾਂ ਉਹ ਕਿਹੜੀ ਕੰਪਨੀ ਦੁਆਰਾ ਕੀਤਾ ਗਿਆ, ਤਾਂ ਆਪਣੇ ਕੋਲ ਕੀ ਆ ਜਾਊਗਾ, ਟੋਇਟਾ ਦੁਆਰਾ। ਕਿਹਦੇ ਦੁਆਰਾ, ਟੋਇਟਾ ਦੁਆਰਾ। ਐਕਚੁਅਲੀ ਟੋਇਟਾ ਨੇ ਇੱਕ ਕਾਰ ਵੀ ਕੱਢੀ ਹੈ। ਕਿਹੜੀ ਕਾਰ ਦੀ ਗੱਲ ਕਰ ਰਿਹਾ, ਜਿਹਦੀ 100% ਐਥਨੋਲ ਤੇ ਜਾਂ ਫਲੈਕਸ ਫਿਊਲ ਤੇ ਵਰਕ ਕਰਦਾ। ਤਾਂ ਟੋਇਟਾ ਕੰਪਨੀ ਦੀ ਜਿਹੜੀ ਕਾਰ ਹੈ ਉਹਦਾ ਨਾਮ ਕੀ ਹੈ, ਕੋਰੋਲਾ। ਇਹ ਕਾਰ ਹੈ ਟੋਇਟਾ ਦੀ, ਜਿਹਦੇ ਵਿੱਚ ਉਹਨਾਂ ਨੇ ਇਹ ਟੈਕਨੋਲੋਜੀ ਦਾ ਯੂਜ਼ ਕੀਤਾ ਹੈ। ਟੀਪੂ ਐਕਸਪ੍ਰੈਸ ਵਿਚ ਗੋਜ਼ ਫਰੋਮ ਬੈਂਗਲੁਰੂ ਟੂ ਮਸੂਰੂ ਵਾਸ ਰੀਨੇਮਡ ਆਫ ਦੀ ਵਿਚ ਆਫ ਦੀ ਫੋਲੋਇੰਗ। ਅੱਛਾ, ਹੁਣ ਨਾ ਟੀਪੂ ਐਕਸਪ੍ਰੈਸ ਦੀ ਗੱਲ ਕਰੀਏ ਤਾਂ ਟੀਪੂ ਐਕਸਪ੍ਰੈਸ ਦਾ ਜਿਹੜਾ ਨਾਮ ਹੈ ਚੇਂਜ ਕਰ ਦਿੱਤਾ ਗਿਆ ਸੀ। ਹੁਣ ਟੀਪੂ ਐਕਸਪ੍ਰੈਸ ਜਿਹੜੀ ਕਿਹਦੇ ਵਿੱਚ ਦੋ ਜਗ੍ਹਾ ਤੋਂ ਚੱਲਦੀ ਹੈ, ਬੈਂਗਲੁਰੂ ਤੋਂ ਲੈ ਕੇ ਮਸੂਰੂ ਤੱਕ ਚੱਲਦੀ ਹੈ। ਉਹਦਾ ਨਾਮ ਬਾਅਦ ਚੋਂ ਚੇਂਜ ਕਰਕੇ ਕੀ ਕਰਤਾ, ਉਹਦਾ ਨਾਮ ਚੇਂਜ ਕਰਤਾ ਸੀਗਾ ਵੋਦਿਆਰ ਐਕਸਪ੍ਰੈਸ। ਕੀ, ਵੋਦਿਆਰ ਐਕਸਪ੍ਰੈਸ ਉਹਦਾ ਨਾਮ ਚੇਂਜ ਕਰਕੇ ਰੱਖਤਾ ਸੀ। ਵੈਸੇ ਆਹ ਚੀਜ਼ ਵੀ ਕੁਐਸਚਨ ਦੇ ਵਿੱਚ ਪੁੱਛ ਸਕਦਾ ਹੈ ਵੀ ਵੋਦਿਆਰ ਐਕਸਪ੍ਰੈਸ ਕਿੱਥੋਂ ਤੋਂ ਕਿੱਥੇ ਚੱਲਦੀ ਹੈ। ਵਟ ਇਜ਼ ਦੀ ਰੈਂਕ ਆਫ ਇੰਡੀਆ ਇਨ ਦੀ ਰੀਸੈਂਟਲੀ ਰਿਲੀਜ਼ ਮਤਲਬ ਅਕਤੂਬਰ ਦੇ ਵਿੱਚ। ਠੀਕ ਹੈ, ਕਮਿਟਮੈਂਟ ਟੂ ਰਿਡਿਊਸਿੰਗ ਇਨਇਕੁਐਲਿਟੀ ਇੰਡੈਕਸ 2022 ਬਾਈ ਆਕਸਫੈਮ ਇੰਟਰਨੈਸ਼ਨਲ ਡਿਵੈਲਪਮੈਂਟ ਫਾਈਨੈਂਸ ਇੰਟਰਨੈਸ਼ਨਲ। ਕਿਹਦੇ ਦੁਆਰਾ, ਆਕਸਫੈਮ ਦੁਆਰਾ। ਤਾਂ ਇਹ ਚੀਜ਼ ਵੀ ਆਪਣੇ ਲਈ ਇੰਪੋਰਟੈਂਟ ਹੈ। ਉਹਨਾਂ ਨੇ ਹੁਣ ਕੀ ਪੁੱਛਿਆ ਵੀ ਇੰਡੀਆ ਦਾ ਕੀ ਰੈਂਕ ਆਇਆ ਸੀ ਇਹ ਵਾਲੇ ਇੰਡੈਕਸ ਦੇ ਵਿੱਚ। ਕਿਹੜੇ ਇੰਡੈਕਸ ਦੀ ਗੱਲ ਕਰ ਰਹੇ ਹਾਂ ਆਪਾਂ, ਕਿਹੜੇ ਇੰਡੈਕਸ ਦੀ, ਜਿਹਦੇ ਵਿੱਚ ਉਹਨਾਂ ਨੇ ਰਿਡਿਊਸਿੰਗ ਇਨਇਕੁਐਲਿਟੀ ਇੰਡੈਕਸ 2022। ਤੇ ਅਗਰ ਆਪਾਂ ਇੰਡੀਆ ਦੀ ਰੈਂਕ ਦੀ ਗੱਲ ਕਰੀਏ ਇਹਦੇ ਵਿੱਚ, ਤਾਂ ਆਪਣੇ ਕੋਲ ਇੰਡੀਆ ਦਾ ਜਿਹੜਾ ਰੈਂਕ ਆਇਆ ਸੀ ਕਿੰਨਾ ਆਇਆ ਸੀ, 123, 123rd ਰੈਂਕ ਆਇਆ ਸੀ। ਆਊਟ ਆਫ ਟੋਟਲ ਕਿੰਨੀਆਂ ਕੰਟਰੀਜ਼ ਤੋਂ ਰੈਂਕ ਦਿੱਤਾ ਗਿਆ ਸੀ, ਤਾਂ ਆਪਣੇ ਕੋਲ ਕੀ ਆ ਜਾਊਗਾ, 161 ਕੰਟਰੀਜ਼ ਦੇ ਵਿੱਚੋਂ ਇਹ ਜਿਹੜਾ ਰੈਂਕ ਆ ਦਿੱਤਾ ਗਿਆ ਸੀ। ਲੇਕਿਨ ਅਗਰ ਆਪਾਂ ਗੱਲ ਕਰੀਏ ਕਿ ਸਭ ਤੋਂ ਵੋਸਟ ਰੈਂਕ ਕੀਤਾ ਸੀ ਜਾਂ ਲਾਸਟ ਰੈਂਕ ਦੇ ਵਿੱਚ ਕਿਹੜੀ ਕੰਟਰੀਜ਼ ਆਈ ਸੀ, ਤਾਂ ਆਪਣੇ ਕੋਲ ਕੀ ਆ ਜਾਊਗਾ, ਸੁਦਾਨ। ਕਿਹੜੀ ਕੰਟਰੀ ਹੈ ਜਿਹੜੀ ਸਭ ਤੋਂ ਲਾਸਟ ਦੇ ਵਿੱਚ ਜਾਂ ਬੋਟਮ ਦੇ ਵਿੱਚ ਆਪਣੇ ਕੋਲ ਆ ਜਾਂਦੀ ਹੈ, ਤਾਂ ਉਹਦੇ ਵਿੱਚ ਆ ਜਾਂਦਾ ਸੁਦਾਨ। ਸੁਦਾਨ ਵੀ ਕਿਹੜੀ, ਸਾਊਥ ਸੁਦਾਨ ਹੈ ਜਿਹੜੀ ਸਭ ਤੋਂ ਲਾਸਟ ਦੇ ਵਿੱਚ ਆ ਜਾਂਦੀ ਹੈ। ਲੇਕਿਨ ਇਹ ਤਾਂ ਹੋ ਗਈ ਲਾਸਟ ਦੀ। ਲੇਕਿਨ ਅਗਰ ਮੈਂ ਟੌਪ ਦੀ ਗੱਲ ਕਰਾਂ, ਟੌਪ ਤੇ ਕਿਹੜੀ ਕੰਟਰੀਜ਼ ਨੇ, ਤਾਂ ਟੌਪ ਦੀ ਗੱਲ ਕਰੀਏ, ਟੌਪ ਤੇ ਆਪਣੇ ਕੋਲ ਕਿਹੜੀ ਕੰਟਰੀਜ਼ ਆ ਜਾਣਗੀਆਂ, ਟੌਪ ਤੇ ਆਪਣੇ ਕੋਲ ਆ ਜਾਊਗੀ ਨਾਰਵੇ। ਸਭ ਤੋਂ ਪਹਿਲੇ ਨੰਬਰ ਤੇ ਕਿਹੜੀ ਕੰਟਰੀ ਆ ਰਹੀ ਹੈ, ਨਾਰਵੇ। ਅਗਰ ਦੂਜੇ ਨੰਬਰ ਤੇ ਗੱਲ ਕਰੀਏ, ਦੂਜੇ ਨੰਬਰ ਤੇ ਆਪਣੇ ਕੋਲ ਹੈਗੀ ਹੈ ਜਰਮਨੀ। ਅਗਰ ਤੀਜੇ ਨੰਬਰ ਤੇ ਗੱਲ ਕਰੀਏ, ਤੀਜੇ ਨੰਬਰ ਤੇ ਆਪਣੇ ਕੋਲ ਹੈਗੀ ਹੈ ਆਸਟ੍ਰੇਲੀਆ। ਤੀਜੇ ਨੰਬਰ ਤੇ ਕਿਹੜੀ ਹੈ, ਆਸਟ੍ਰੇਲੀਆ। ਤੇ ਇੰਡੀਆ ਦੇ ਅਗਰ ਆਪਾਂ ਰੈਂਕ ਦੀ ਗੱਲ ਕਰੀਏ, ਇੰਡੀਆ ਦਾ ਰੈਂਕ ਆਪਣੇ ਕੋਲ ਕਿੰਨਾ ਸੀ, 123। ਇੰਡੀਆ ਦਾ ਰੈਂਕ ਕਿੰਨਾ ਸੀ, 123। ਹੁਣ ਇਹ ਤਾਂ ਇੰਡੀਆ ਰੈਂਕ ਆਇਆ, ਲੇਕਿਨ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਇੱਕ ਹੋ ਜਿਹੜੀ ਇਸ ਕੁਐਸਚਨ ਦੇ ਵਿੱਚ ਇੰਪੋਰਟੈਂਟ ਸੀ ਵੀ ਜਿਹੜਾ ਇੰਡੀਆ ਦਾ ਰੈਂਕ ਹੈ, ਅਗਰ ਆਪਾਂ ਸਾਊਥ ਏਸ਼ੀਅਨ ਕੰਟਰੀਜ਼ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਜਿਹੜਾ ਇੰਡੀਆ ਦਾ ਰੈਂਕ ਹੈ ਉਹ ਕਿੰਨਵਾਂ ਬਣਦਾ ਹੈ, 6th ਰੈਂਕ ਤੇ ਆਉਂਦਾ ਹੈ। ਮਤਲਬ ਉਹਦੇ ਵਿੱਚ ਵੀ ਇੰਡੀਆ ਪਿੱਛੇ ਹੈ। ਇਸ ਤੋਂ ਇੰਡੀਆ ਤੋਂ ਅੱਗੇ ਕਿਹੜੀ ਕੰਟਰੀਜ਼ ਹੈ, ਮੈਂ ਸ਼ਾਰਟ ਫਾਰਮ ਦੇ ਵਿੱਚ ਲਿਖ ਰਿਹਾ। ਮਾਲਦੀਵਸ ਆ ਗਈ, ਠੀਕ ਹੈ, ਬਾਂਗਲਾदेश ਆ गई, ठीक है, श्रीलंका आ गई, उस तो सिवा नेपाल आ गई, भूटान आ गई, ठीक है। उस तो बाद जाके इंडिया आती है 6वें नंबर पर।
Which of the following companies has introduced the world's first cloud computing laptop? ਹੁਣ ਵਰਲਡ ਦਾ ਸਭ ਤੋਂ ਪਹਿਲਾ ਕੀ ਕਿਹਾ ਉਹਨਾਂ ਨੇ, ਕਲਾਊਡ ਕੰਪਿਊਟਿੰਗ ਲੈਪਟਾਪ ਕਿਹੜੀ ਕੰਪਨੀ ਦੁਆਰਾ ਰਿਲੀਜ਼ ਕੀਤਾ ਗਿਆ ਜਾਂ ਲਾਂਚ ਕੀਤਾ ਗਿਆ ਜਾਂ ਨਹੀਂ ਇੰਟਰੋਡਿਊਸ ਕੀਤਾ ਇਹਨਾਂ ਨੇ ਕਿਹਾ ਹਜੇ ਇੰਟਰੋਡਿਊਸ ਕੀਤਾ ਹੋਇਆ, ਠੀਕ ਹੈ। ਤਾਂ ਆਪਾਂ ਕਿਹੜੀ ਕੰਪਨੀ ਦੀ ਗੱਲ ਕਰ ਰਹੇ ਹਾਂ, ਉਹ ਕਿਹਦੇ ਦੁਆਰਾ ਕੀਤਾ ਗਿਆ, ਗੂਗਲ ਦੁਆਰਾ ਕੀਤਾ ਗਿਆ। ਲੇਕਿਨ ਗੂਗਲ ਨੇ ਇਕੱਲੇ ਨਹੀਂ ਕੀਤਾ, ਗੂਗਲ ਨੇ ਪਾਰਟਨਰ ਦੇ ਵਿੱਚ ਰਹਿ ਕੇ ਕੀਤਾ। ਤਾਂ ਕਿਹਦੇ ਨਾਲ ਪਾਰਟਨਰਸ਼ਿਪ ਕਰਕੇ ਕੀਤਾ ਗੂਗਲ ਨੇ, ਤਾਂ ਆਪਣੇ ਕੋਲ ਕੀ ਆ ਜਾਊਗਾ, ਏਸਰ, ਅਸੂਸ ਤੇ ਲੀਨੋਵੋ। ਇਹ ਤਿੰਨ ਕੰਪਨੀਆਂ ਸੀ, ਏਸਰ, ਅਸੂਸ ਤੇ ਲੀਨੋਵੋ। ਇਹ ਤਿੰਨ ਕੰਪਨੀਆਂ ਦੇ ਨਾਲ ਪਾਰਟਨਰਸ਼ਿਪ ਦੇ ਪਾਰਟਨਰ ਦੇ ਵਿੱਚ ਰਹਿ ਕੇ ਉਹਨਾਂ ਨੇ ਇਹ ਚੀਜ਼ ਸਟਾਰਟ ਕੀਤੀ ਹੈ ਕਿ ਫਸਟ ਕਲਾਊਡ ਕੰਪਿਊਟਿੰਗ ਲੈਪਟਾਪ ਨੂੰ ਉਹਨਾਂ ਨੇ ਕੀ ਕੀਤਾ, ਇੰਟਰੋਡਿਊਸ ਕੀਤਾ ਹੈ। PM Devine is related to development of which of the following? ਇੱਕ ਸਕੀਮ ਸੀ ਜਿਹੜੀ PM Devine ਸ਼ੁਰੂ ਕੀਤੀ ਗਈ ਹੈ। ਹੁਣ ਇਹ ਸਕੀਮ ਦੀ ਗੱਲ ਕਰੀਏ ਤਾਂ ਇਹ ਸਕੀਮ ਦੇ ਵਿੱਚ ਕੀ ਕਿਹਾ ਗਿਆ, ਇਸ ਸਕੀਮ ਦੇ ਵਿੱਚ ਇਹ ਗਿਆ ਡਿਵੈਲਪਮੈਂਟ ਦੀ ਗੱਲ ਕੀਤੀ ਹੋਈ ਹੈ। ਕਿਹੜੇ ਰੀਜਨ ਦੀ ਡਿਵੈਲਪਮੈਂਟ ਦੀ ਗੱਲ ਕੀਤੀ ਹੈ, ਜਿਹੜਾ ਨਾਰਥ ਈਸਟ ਰੀਜਨ ਹੈ ਉਹਦੇ ਵਿੱਚ ਡਿਵੈਲਪਮੈਂਟ ਦੀ ਗੱਲ ਕੀਤੀ ਹੈ। ਤੇ ਇਸ ਸਕੀਮ ਦੇ ਵਿੱਚ ਆਲਮੋਸਟ 6000 ਕਰੋੜ ਤੱਕ ਦੀ ਇਨਵੈਸਟਮੈਂਟ ਦੀ ਗੱਲ ਕੀਤੀ ਹੈ। ਉਹ ਸਾਰੀ ਦੀ ਸਾਰੀ ਇਨਵੈਸਟਮੈਂਟ ਇਨਫਰਾਸਟ੍ਰਕਚਰ ਤੇ, ਇੰਡਸਟਰੀ ਤੇ ਹੋਰ ਮਤਲਬ ਜਿਹੜੇ ਲਿਵਲੀਹੁੱਡ ਪ੍ਰੋਜੈਕਟ ਹੁੰਦੇ ਆ ਉਹਨਾਂ ਤੇ ਸਾਰੀ ਦੀ ਸਾਰੀ ਇਨਵੈਸਟਮੈਂਟ ਕੀਤੀ ਜਾਊਗੀ। Section 66A of the Information Technology Act 2000 was declared unconstitutional by the Supreme Court in which of the following cases? ਇਹਨਾਂ ਦੇ ਵਿੱਚੋਂ ਕਿਹੜਾ ਇੱਕ ਇਹੋ ਜਿਹਾ ਕੇਸ ਸੀ, ਇਹਨਾਂ ਦੇ ਵਿੱਚੋਂ ਕਿਹੜਾ ਇੱਕ ਇਹੋ ਜਿਹਾ ਕੇਸ ਸੀ ਜਿਹਦੇ ਵਿੱਚ ਜਿਹੜਾ IT ਐਕਟ ਸੀਗਾ ਕਿਹੜਾ 66A ਸੈਕਸ਼ਨ ਦਾ ਜਿਹੜਾ 2000 ਦੇ ਵਿੱਚ ਬਣਿਆ ਸੀ ਉਹਨੂੰ ਅਨਕਨਸਟੀਟਿਊਸ਼ਨਲ ਕਰਾਰ ਕਰ ਦਿੱਤਾ ਗਿਆ ਸੀ। ਕਿਹੜੇ ਐਕਟ ਦੀ ਗੱਲ ਕਰ ਰਹੇ ਆਪਾਂ ਕਿਹੜੇ ਐਕਟ ਦੀ ਗੱਲ ਕਰ ਰਹੇ ਤਾਂ ਆਪਣੇ ਕੋਲ ਰਾਈਟ ਆਨਸਰ ਕੀ ਹੈ, ਸ਼੍ਰੇਆ ਸਿੰਗਾਲ ਕੇਸ ਦੇ ਵਿੱਚ। ਕਿਹਦੇ ਵਿੱਚ, ਸ਼੍ਰੇਆ ਸਿੰਗਾਲ ਕੇਸ ਦੇ ਵਿੱਚ ਇਹ ਗੱਲ ਹੋਈ ਸੀ ਕਿਉਂਕਿ ਉਹਦੇ ਵਿੱਚ ਸੋਸ਼ਲ ਮੀਡੀਆ ਤੇ ਕੁਝ ਸਪੀਚਿਸ ਲਿਖੀਆਂ ਗਈਆਂ ਸੀ, ਕਹੀਆਂ ਗਈਆਂ ਸੀ, ਉਹਦੇ ਰਿਲੇਟਡ ਸੀਗਾ ਇਹ। PT+B ਵੀਡੀਓ ਦੀ ਟੈਸਟ ਸੀਰੀਜ਼, PT+B ਕਲਰਕ ਦੀ ਟੈਸਟ ਸੀਰੀਜ਼। ਨੈਕਸਟ ਦੇਖੋ ਆਪਣੇ ਕੋਲ ਕੀ ਹੈ, ਇੰਡੀਅਨ ਨੇਵਲ ਵਾਰਸ਼ਿਪ INS ਤਰਕਾਸ਼ ਰੀਚ ਪੋਰਟ, ਕਿਹੜੇ ਪੋਰਟ ਪਹੁੰਚੀ ਹੈ, ਗ੍ਰੇਕੁਰਾ, ਜਿਹਨੂੰ ਪੋਰਟ ਇਲਿਜ਼ਾਬੈਥ ਵੀ ਕਹਿ ਦਿੰਦੇ ਆ। ਕਿੱਥੇ, ਸਾਊਥ ਅਫਰੀਕਾ ਦੇ ਵਿੱਚ। ਕਿੱਥੇ, ਅਗੇਨ ਸਾਊਥ ਅਫਰੀਕਾ ਦੇ ਵਿੱਚ। ਪਹਿਲੀ ਚੀਜ਼ ਆਪਾਂ ਨੂੰ ਮਿਲ ਗਈ ਜੋ ਆਪਣੇ ਹਿੰਟ ਦੇ ਤੌਰ ਤੇ ਕੰਮ ਆ ਸਕਦੀ। ਪਾਰਟਿਸਿਪੇਟ ਇਨ ਦੀ ਜੁਆਇੰਟ ਮਲਟੀਨੈਸ਼ਨਲ ਮਰੀਨ ਟਾਈਮ ਐਕਸਰਸਾਈਜ਼, ਕਿਹੜੀ ਆਪਣੀ ਗੱਲ ਕੇ, ਇਪਸਮਾਰ 7th, Ipsmar the 7th, held between the navies of India, South Africa and which of the following country? ਅੱਧ ਤੋਂ ਜ਼ਿਆਦਾ ਇਨਫੋਰਮੇਸ਼ਨ ਆਪਾਂ ਨੂੰ ਕੁਐਸਚਨ ਦੇ ਵਿੱਚ ਹੀ ਦੇਤੀ, ਤਾਂ ਇਸ ਇਨਫੋਰਮੇਸ਼ਨ ਦਾ ਤੁਸੀਂ ਫਾਇਦਾ ਚੱਕਣਾ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਹਰ ਜਗ੍ਹਾ ਨਹੀਂ ਮਿਲਣਗੀਆਂ, ਠੀਕ ਹੈ। ਐਦਾਂ ਨਹੀਂ ਇਹ ਕੁਐਸਚਨ ਆਹੀ ਆਊਗਾ ਜੋ ਮੈਂ ਬਣਾਇਆ, ਤਾਂ ਜਿਹੜਾ ਕੁਐਸਚਨ ਉੱਪਰ ਹੈ ਜਾਂ ਜਿਹੜੀ ਇਨਫੋਰਮੇਸ਼ਨ ਉੱਪਰ ਦਿੱਤੀ ਆ ਉਹਦੇ ਰਿਲੇਟਡ ਵੀ ਕੁਐਸਚਨ ਆਪਣਾ ਬਣ ਸਕਦਾ ਹੈ। ਹੁਣ ਕੁਐਸਚਨ ਕੀ ਕਰ ਰਿਹਾ, ਸਾਊਥ ਅਫਰੀਕਾ ਤੇ ਇੰਡੀਆ ਦੇ ਅਗਰ ਨੇਵੀਜ਼ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਇੱਕ ਐਕਸਰਸਾਈਜ਼ ਕੰਡਕਟ ਹੁੰਦੀ ਹੈ, ਉਹਨੂੰ ਕੀ ਕਹਿੰਦੇ ਆ, ਇਪਸਮਾਰ ਐਕਸਰਸਾਈਜ਼ ਕਹਿੰਦੇ ਆ। ਇਪਸਮਾਰ ਜਿਹੜੀ ਇਸ ਵਾਰ ਹੋਈ ਸੀ ਕਿੰਨਵੀਂ ਹੋਈ ਸੀ, 7th ਹੋਈ। ਲੇਕਿਨ ਉਹਦੇ ਨਾਲ ਨਾਲ ਇੱਕ ਹੋਰ ਕਿਹੜੀ ਨੇਸ਼ਨ ਹੈ ਜਿਹਦੇ ਨਾਲ ਮਿਲ ਕੇ ਐਕਸਰਸਾਈਜ਼ ਕੰਡਕਟ ਕੀਤੀ ਜਾਂਦੀ ਹੈ, ਜਿਹਦੇ ਨਾਲ ਮਿਲ ਕੇ ਇਹ ਐਕਸਰਸਾਈਜ਼ ਕੰਡਕਟ ਕੀਤੀ ਜਾਂਦੀ ਹੈ, ਤਾਂ ਆਪਣੇ ਕੋਲ ਕੀ ਆ ਜਾਊਗਾ, ਬ੍ਰਾਜ਼ੀਲ ਨਾਲ। ਕਿਹਦੇ ਨਾਲ, ਬ੍ਰਾਜ਼ੀਲ ਨਾਲ ਮਿਲ ਕੇ ਐਕਸਰਸਾਈਜ਼ ਜਿਹੜੀ ਕੰਡਕਟ ਕੀਤੀ ਜਾਂਦੀ ਹੈ। ਮਤਲਬ ਬ੍ਰਾਜ਼ੀਲ, ਸਾਊਥ ਅਫਰੀਕਾ ਤੇ ਇੰਡੀਆ ਕੀ ਹੈ, ਅਪਸਮਾਰ ਇਹ ਐਕਸਰਸਾਈਜ਼ ਹੈ। देखो, आई तो अपने को इंडिया आ गया, बी तो ब्राजील, एस से साउथ अफ्रीका, MAR मरीन टाइम एक्सरसाइज। ओके, हिमाचल प्रदेश हैज लॉन्च्ड ए न्यू स्कीम हिमचैट फॉर विच ऑफ द फॉलोइंग सेक्शन ऑफ द पॉपुलेशन। ओके, हिमाचल प्रदेश वालों एक नवी स्कीम है वो शुरू की गई सी, ठीक है। हुण जिहड़ी ये स्कीम है किहदे लई शुरू की गई सी ते क्यों शुरू की गई सी? पहली गल हिमाचल प्रदेश वालों शुरू की गई। हुण ये स्कीम जिहड़ी इरीगेशन ਲਈ शुरू की गई सी। मतलब इरीगेशन क्यों? क्योंकि अगर आप हिमाचल प्रदेश की गल करिए तो उत्थों 80% तो 80% के आस पास जिन्हें भी उत्थे दे लोग ने वो ज़्यादातर की है रेन वाटर के थ्रू ही सर्वाइव करते हैं, ठीक है। किहदे थ्रू? मतलब जिहड़ा रेन वाटर है वो थ्रू ही उन्होंने जिहड़ा एग्रीकल्चर है वो चीज़ वो चलती है। मतलब रेन मींह के पानी तो ही उन्होंने गुजारा होंदा है। मतलब इस स्कीम की गल करिए तो यह स्कीम किहदे लई है? फार्मर्स लई है। किहदे लई है यह स्कीम? फार्मर्स लई। यूनियन होम मिनिस्टर अमित शाह अनवेल 14 feet high statue of Lok Nayak Jai Prakash Narayan at Sita
ਸੀਤਾ ਬਦੀਆਰਾ ਜੋ ਕਿੱਥੇ ਹੈ, ਸਰਨ ਡਿਸਟ੍ਰਿਕਟ ਦੇ ਵਿੱਚ ਹੈ। ਇਨ ਵਿਚ ਆਫ ਦੀ ਫੋਲੋਇੰਗ ਸਟੇਟ। ਹੁਣ ਸੀਤਾ ਬਦੀਆਰਾ ਬਾਰੇ ਤੁਹਾਨੂੰ ਜੇ ਪਤਾ ਨਹੀਂ ਹੈ ਤਾਂ ਸਰਨ ਡਿਸਟ੍ਰਿਕਟ ਬਾਰੇ ਜੇ ਪਤਾ ਨਹੀਂ ਹੈ, ਮਤਲਬ ਇਹ ਦੋਨਾਂ ਚੋਂ ਇੱਕ ਚੀਜ਼ ਤਾਂ ਤੁਹਾਨੂੰ ਐਟਲੀਸਟ ਪਤਾ ਹੋਊਗੀ ਨਾ, ਤਾਂ ਉਹਦੇ ਵਿੱਚੋਂ ਸਿੰਪਲ ਤੁਸੀਂ ਆਨਸਰ ਕਰ ਸਕਦੇ ਹੋ। ਜੇ ਤੁਹਾਨੂੰ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਬਾਰੇ ਨਹੀਂ ਪਤਾ ਤਾਂ ਕਰਕੇ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਤਾਂ ਇਹ ਕਿੱਥੋਂ ਦੀ ਗੱਲ ਕਰ ਰਹੇ ਹਾਂ, ਆਪਾਂ ਕਰ ਰਹੇ ਹਾਂ ਬਿਹਾਰ ਦੀ ਗੱਲ ਕਰ ਰਹੇ ਹਾਂ। ਕਿੱਥੋਂ ਦੀ ਗੱਲ ਕਰ ਰਹੇ ਹਾਂ? ਬਿਹਾਰ ਦੀ ਗੱਲ ਕਰ ਰਹੇ ਹਾਂ। ਜਿਹੜਾ 14 ਫੀਟ ਦਾ ਇਹ ਸਟੈਚੂ ਸੀ, ਕਿਹਦੇ ਦੁਆਰਾ ਅਨਵੇਲ ਕੀਤਾ ਗਿਆ ਸੀ? ਅਮਿਤ ਸ਼ਾਹ ਜੀ ਦੁਆਰਾ ਅਨਵੇਲ ਕੀਤਾ ਗਿਆ ਸੀ। ਕਿਹਦੇ ਦੁਆਰਾ? ਅਮਿਤ ਸ਼ਾਹ ਜੀ ਦੁਆਰਾ ਅਨਵੇਲ ਕੀਤਾ ਗਿਆ ਸੀ। ਤੇ ਹੈ ਕੌਣ ਸੀਗੇ? ਇਹ ਕੌਣ ਸੀਗੇ? ਸੋਸ਼ਲਿਸਟ ਸੀਗੇ। ਕੀ ਸੀਗੇ? ਸੋਸ਼ਲਿਸਟ ਸੀਗੇ। ਉਹਦੇ ਉਹਨਾਂ ਨੂੰ ਟ੍ਰਿਬਿਊਟ ਦੇਣ ਲਈ ਇਹ ਚੀਜ਼ ਕੀਤੀ ਗਈ ਸੀ। ਦੀ ਸਾਇੰਟਿਸਟ ਹੈਜ਼ ਫਾਊਂਡ ਨਿਊ ਇਕੋਸਿਸਟਮ, ਨਵਾਂ ਇਕੋਸਿਸਟਮ ਫਾਊਂਡ ਕੀਤਾ ਹੈ। ਦੀ ਟ੍ਰੈਪਿੰਗ ਜ਼ੋਨ, ਕਿਹੜਾ? ਦੀ ਟ੍ਰੈਪਿੰਗ ਜ਼ੋਨ ਇਨ ਵਿਚ ਆਫ ਦੀ ਫੋਲੋਇੰਗ ਕੰਟਰੀ, ਕਿਹੜੀ ਕੰਟਰੀਜ਼ ਦੇ ਵਿੱਚ ਦੀ ਟ੍ਰੈਪਿੰਗ ਜ਼ੋਨ, ਇੱਕ ਜਿਹੜਾ ਨਵਾਂ ਇਕੋਸਿਸਟਮ ਹੈ ਉਹ ਫਾਊਂਡ ਕੀਤਾ ਗਿਆ ਰੀਸੈਂਟਲੀ ਸਾਇੰਟਿਸਟ ਦੁਆਰਾ। ਤਾਂ ਆਪਣੇ ਕੋਲ ਕੀ ਆ ਜਾਊਗਾ? ਕਿਹਦੇ ਦੁਆਰਾ ਕੀਤਾ ਗਿਆ? ਉਹ ਮਾਲਦੀਵਸ ਦੁਆਰਾ ਕੀਤਾ ਗਿਆ। ਕਿਹੜੀ ਗਵਰਨਮੈਂਟ ਦੁਆਰਾ ਜਾਂ ਕਿਹੜੀ ਕੰਟਰੀ ਦੁਆਰਾ? ਤਾਂ ਆਪਣੇ ਕੋਲ ਕੀ ਆ ਜਾਊਗਾ? ਮਾਲਦੀਵਸ ਦੁਆਰਾ। In which of the following Indian companies has joined the United Nations Global Compact UNGC initiative, the world's largest voluntary corporate sustainable initiative? ਇੱਕ ਇਨੀਸ਼ੀਏਟਿਵ ਹੈ, ਵਰਲਡ ਦਾ ਸਭ ਤੋਂ ਲਾਰਜੈਸਟ ਇਨੀਸ਼ੀਏਟਿਵ ਹੈ। ਇਹ ਕਿਹੜਾ ਇਨੀਸ਼ੀਏਟਿਵ ਆ? ਉਹਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਕਿਹਾ ਉਹਨਾਂ ਨੇ? ਵੋਲੰਟਰੀ ਕਾਰਪੋਰੇਟ ਸਸਟੇਨੇਬਿਲਿਟੀ, ਮਤਲਬ ਸਸਟੇਨ ਕਰਨ ਲਈ, ਮੇਨਟੇਨ ਕਰਨ ਲਈ, ਜਿਸ ਪੋਜੀਸ਼ਨ ਤੇ ਹੈ ਉਸੇ ਪੋਜੀਸ਼ਨ ਤੇ ਰਹਿਣ ਲਈ। ਉਹਦੇ ਨਾਲ ਦੀ ਗੱਲ ਕਰੀਏ ਤਾਂ ਇੰਡੀਆ ਦੀ ਕਿਹੜੀ ਕੰਪਨੀ ਨੇ ਜੁਆਇਨ ਕੀਤਾ? ਤਾਂ ਇਹਦੇ ਵਿੱਚੋਂ ਆਪਸ਼ਨ ਦੇ ਵਿੱਚੋਂ ਦੇਖੋ ਆਪਣੇ ਕੋਲ, ਤਾਂ ਰਾਈਟ ਆਨਸਰ ਆਪਣੇ ਕੋਲ ਕੀ ਹੈ? JSW ਸਟੀਲ। JSW ਸਟੀਲ। ਹੁਣ JSW ਦੀ ਅਗਰ ਮੈਂ ਤੁਹਾਡੇ ਤੋਂ ਪੁੱਛਾਂ ਫੁੱਲ ਫਾਰਮ ਕੀ ਹੈ ਤਾਂ ਆਪਣੇ ਕੋਲ ਪਤਾ ਹੈ? JSW ਦੀ ਫੁੱਲ ਫਾਰਮ, ਤਾਂ JSW ਨੂੰ ਜੇ ਤਾਂ ਆਪਣੇ ਕੋਲ ਕੀ ਆ ਜਾਊਗਾ? ਜਿੰਦਲ। ਠੀਕ ਹੈ। SW ਦੋਨਾਂ ਨੂੰ ਮਿਟਾ ਲਈ ਤਾਂ S ਤੋਂ ਤਾਂ ਵੈਸੇ ਸਟੀਲ ਆ ਜਾਂਦਾ, ਠੀਕ ਹੈ। ਜਿੰਦਲ, ਵੈਸੇ ਜਿੰਦਲ ਕੰਪਲੀਟ ਨਹੀਂ ਹੈ, ਜਿੰਦਲ ਦੇ ਨਾਮ ਇੱਕ ਹੋਰ ਚੀਜ਼ ਆ ਜਾਂਦੀ ਹੈ VIJAYNA, ਵਿਜਯਨਗਰ, ਠੀਕ ਹੈ। ਜਿੰਦਲ ਵਿਜਯਨਗਰ ਸਟੀਲ ਲਿਮਿਟਿਡ, ਠੀਕ ਹੈ, ਜਿਹਨੂੰ ਕੀ ਕਹਿੰਦੇ ਆ? JSW ਸਟੀਲ ਕਹਿੰਦੇ ਆ। ਹੁਣ W ਬਾਅਦ ਚੋਂ ਕਿਉਂ ਰੱਖਿਆ ਸੀ? ਕਿਉਂਕਿ ਬਾਅਦ ਚੋਂ ਇੱਕ ਹੋਰ ਕੰਪਨੀ ਦੇ ਨਾਲ ਮਰਜਰ ਹੋ ਗਿਆ ਸੀ ਇਹਦਾ, ਠੀਕ ਹੈ। Israel has signed an agreement with which of the following countries to settle their long dispute maritime border? ਹੁਣ ਇਜ਼ਰਾਈਲ ਦਾ ਇੱਕ ਕੰਟਰੀ ਨਾਲ ਬਹੁਤ ਦੇਰ ਤੋਂ ਡਿਸਪਿਊਟ ਚੱਲ ਰਿਹਾ। ਬਹੁਤ ਦੇਰ ਤੋਂ ਡਿਸਪਿਊਟ ਦਾ ਕੀ ਜੇ ਮੈਂ ਕਹਾਂ ਕਦੋਂ ਤੋਂ ਚੱਲ ਰਿਹਾ? ਜਦੋਂ ਤੋਂ ਇਜ਼ਰਾਈਲ ਬਣੀ ਹੈ। ਇਜ਼ਰਾਈਲ ਕਦੋਂ ਤੋਂ ਬਣੀ ਹੈ? 1948 ਤੋਂ। ਉਦੋਂ ਤੋਂ ਹੀ ਇਹ ਡਿਸਪਿਊਟ ਚੱਲ ਰਿਹਾ ਇਜ਼ਰਾਈਲ ਦਾ ਦੂਜੀ ਕੰਟਰੀ ਨਾਲ। ਕਿਹਦੇ ਨਾਲ ਰਿਲੇਟਡ ਆ? ਉਰੇ ਕੀ ਲਿਖਿਆ? ਮਰੀਨ ਟਾਈਮ ਬਾਰਡਰ। ਮਰੀਨ ਟਾਈਮ ਬਾਰਡਰ ਦਾ ਮਤਲਬ ਕੀ ਹੈ? ਇੱਕ ਓਸ਼ਨ ਦੀ ਗੱਲ ਹੋ ਰਹੀ ਹੈ। ਕਿਹੜੇ ਓਸ਼ਨ ਦੀ ਗੱਲ ਕਰ ਰਹੇ ਜਾਂ ਉਹਦੇ ਵਿੱਚ ਆਪਣਾ ਕਿਹੜੀ ਸੀ ਦੀ ਗੱਲ ਕਰ ਰਹੇ? ਤਾਂ ਆਪਣੇ ਕੋਲ ਕੀ ਆ ਜਾਊਗਾ? ਮੈਡੀਟੇਰੀਅਨ ਸੀ। ਮੈਡੀਟੇਰੀਅਨ ਸੀ। ਉਹਦੇ ਰਿਲੇਟਡ ਕਾਫੀ ਡਿਸਪਿਊਟ ਹੈ ਜਿਹੜਾ ਚੱਲ ਰਿਹਾ। ਤਾਂ ਉਹ ਕਿਹੜੀ ਦੋ ਕੰਟਰੀਜ਼ ਦੇ ਵਿੱਚ ਹੈ? ਇਜ਼ਰਾਈਲ ਤੇ ਦੂਜੀ ਆਪਣੇ ਕੋਲ ਕਿਹੜੀ ਆ ਜਾਏਗੀ? ਲੈਬਾਨੋਨ, ਜਿਹਦੇ ਵਿੱਚ ਰੀਸੈਂਟਲੀ ਪਿੱਛੇ ਕੀ ਹੋਇਆ ਸੀ? ਉਹ ਡਿਸਪਿਊਟ ਦੇ ਲਈ ਇੱਕ ਐਗਰੀਮੈਂਟ ਸਾਈਨ ਹੋਇਆ ਸੀ ਵੀ ਦੋਨਾਂ ਦੇ ਵਿੱਚ ਹੁਣ ਕੀ ਹੋ ਗਈ? ਇੱਕ ਸੁਲਾਹ ਹੋ ਚੁੱਕੀ ਹੈ। ਇਹ ਜਿਹੜਾ ਮੈਡੀਟੇਰੀਅਨ ਸਾਈਡ ਦੇ ਵਿੱਚ ਮੈਕਸਿਮਮ ਡਿਸਪਿਊਟ ਕਿਉਂ ਹੈ? ਕਿਉਂਕਿ ਉਹਦੇ ਵਿੱਚ ਜਿਹੜੀ ਗੈਸ ਹੈ, ਮਤਲਬ ਜਿਹੜਾ ਆਪਾਂ ਆਇਲ ਕਹਿ ਲਓ ਜਾਂ ਇਹ ਚੀਜ਼ਾਂ, ਉੱਥੇ ਕਾਫੀ ਮਤਲਬ ਰਿਚ ਪੋਰਸ਼ਨ ਹੈ। ਰਿਚ ਪੋਰਸ਼ਨ ਮਤਲਬ ਉੱਥੇ ਕਾਫੀ ਸਾਰੀ ਚੀਜ਼ਾਂ ਇਹੋ ਜਿਹੀਆਂ ਪਾਈ ਜਾਂਦੀਆਂ ਜਿਹਦੇ ਕਰਕੇ ਬਹੁਤ ਜ਼ਿਆਦਾ ਡਿਸਪਿਊਟ ਹੈ ਉੱਥੇ। The 11th volume of report, again किन्वा बोलिए? 11th volume of report of the Parliamentary Committee of Official Language was presented to President Draupadi Murmu, who among the following is the chairman of the committee? हाँ जी, कमेटी ਦੇ चेयरमैन कौन सी? ਹੁਣ ਆਪਸ਼ਨ ਨੂੰ ਦੇਖ ਕੇ ਥੋੜਾ ਬਹੁਤਾ ਆਪਾਂ ਆਈਡੀਆ ਲਗਾ ਸਕਦੇ ਹਾਂ ਵੀ ਚੇਅਰਮੈਨ ਕੌਣ ਸੀ। ਤਾਂ ਰਾਈਟ ਆਨਸਰ ਦੀ ਗੱਲ ਕਰੇ, ਰਾਈਟ ਆਨਸਰ ਆਪਣੇ ਕੋਲ ਕੀ ਹੈ? ਅਮਿਤ ਸ਼ਾਹ। ਅਮਿਤ ਸ਼ਾਹ ਕੀ ਸੀਗੇ? ਇਸ ਜਿਹੜੀ ਚੇਅਰਮੈਨ ਸੀ ਉਹਦੇ ਕੀ ਸੀਗੇ? ਸੌਰੀ, ਇਸ ਕਮੇਟੀ ਸੀ ਉਹਦੇ ਕੀ ਸੀ? ਚੇਅਰਮੈਨ ਸੀ। ਜਿਹਦੇ ਵਿੱਚ ਉਹਨਾਂ ਵੱਲੋਂ ਕੀ ਕੀਤਾ ਗਿਆ ਸੀ? ਉਹਨਾਂ ਵਿੱਚੋਂ ਜਿਹੜੀ ਲੈਂਗੁਏਜ ਦੀ ਗੱਲ ਕੀਤੀ ਆ ਉਹ ਪ੍ਰੋਵਾਈਡ ਕੀਤੀ ਗਈ ਸੀ। ਇੱਕ ਸਬਮਿਟ ਕੀਤਾ ਗਿਆ ਸੀ ਵੀ ਜਿਹੜੀ ਲੈਂਗੁਏਜ ਆ ਉਹਦੀ ਹਿੰਦੀ ਜਿਹੜੀ ਇੰਪੋਜ਼ ਕੀਤੀ ਜਾਵੇ, ਠੀਕ ਹੈ। ਜਿਹੜੀ ਨੌਨ ਹਿੰਦੀ ਸਪੋਕਨ ਸਟੇਟਸ ਨੇ ਉਹਨਾਂ ਤੇ, ਠੀਕ ਹੈ। The first world sloth bear day was observed on which of the following? ਇਹ ਡੇ ਆਪਣੇ ਲਈ ਬਹੁਤ ਇੰਪੋਰਟੈਂਟ ਹੈ। ਇਹ ਡੇ ਆਪਣੇ ਲਈ ਬਹੁਤ ਇੰਪੋਰਟੈਂਟ ਕਿਉਂਕਿ ਇਹ ਸੀ ਇਸ ਵਾਰ ਤਾਂ ਨਹੀਂ ਕਹੂੰਗਾ, ਲੇਕਿਨ 2022 ਦਾ ਸਭ ਤੋਂ ਪਹਿਲੀ ਵਾਰੀ ਮਨਾਇਆ ਗਿਆ ਸੀ 2022 ਦੇ ਵਿੱਚ, ਜਿਹਦੇ ਕਰਕੇ ਇਹ ਸਭ ਤੋਂ ਇੰਪੋਰਟੈਂਟ ਸੀ। ਕਿਹੜਾ ਦਿਨ ਵਰਲਡ ਸਲੋਥ ਡੇ? ਤਾਂ ਇਹ ਕਦੋਂ ਮਨਾਇਆ ਜਾਂਦਾ? 12 ਅਕਤੂਬਰ ਨੂੰ।
ਕਦੋਂ ਮਨਾਇਆ ਜਾਂਦਾ ਹੈ? 12 ਅਕਤੂਬਰ ਨੂੰ ਮਨਾਇਆ ਜਾਂਦਾ ਸੀ ਵਰਲਡ ਸਲੋ ਡੇ। ਸਭ ਤੋਂ ਪਹਿਲੀ ਵਾਰੀ 2022 ਦੇ ਵਿੱਚ ਹੀ ਮਨਾਇਆ ਗਿਆ ਸੀ। ਉਹਦੇ ਪਿੱਛੇ ਰੀਜ਼ਨ ਕੀ ਸੀਗਾ? ਅਗਰ ਆਪਾਂ IUCN ਦੀ ਗੱਲ ਕਰੀਏ ਤਾਂ ਇਹ ਓਵਲੀ ਸਪੀਸੀਜ਼ ਦੇ ਵਿੱਚ ਆ ਜਾਂਦਾ ਜਿਨ੍ਹਾਂ ਨੂੰ ਕੀ ਹੈ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। IUCN ਕੀ ਹੈ? ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ, ਨੇਚਰ ਦੀ ਕੰਜ਼ਰਵੇਸ਼ਨ ਕਰਨ ਲਈ, ਠੀਕ ਹੈ। Bharat Heavy Electricals Limited BHEL has started the work on new Talcher thermal power station ਕਿੱਥੇ? ਓਂਗਲ ਡਿਸਟ੍ਰਿਕਟ ਦੇ ਵਿੱਚ। ਇਟ ਇਜ਼ ਵਿਚ ਆਫ ਦੀ ਫੋਲੋਇੰਗ ਸਟੇਟ? ਹਾਂ, ਇਹ ਕਿਹੜੀ ਸਟੇਟ ਦੇ ਵਿੱਚ ਹੈ? ਹਾਂ, ਕਿਹਦੀ ਗੱਲ ਕੀਤੀ ਹੈ? ਓਂਗਲ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਕੀ ਆਈਡੀਆ ਲੱਗਦਾ ਵੀ ਕਿਹੜੀ ਜਗ੍ਹਾ ਤੇ ਹੋਊਗੀ? ਜੇ ਪਤਾ ਤਾਂ ਵੈਲ ਐਂਡ ਗੁੱਡ ਹੈ। ਜੇ ਬੇਲ ਨੇ ਜਿੱਥੇ ਮਤਲਬ ਇਨਵੈਸਟਮੈਂਟ ਕੀਤੀ ਹੈ, ਜਿੱਥੇ ਕੰਮ ਕਰ ਰਿਹਾ ਉਹਦੇ ਬਾਰੇ ਪਤਾ ਤਾਂ ਉਹ ਵੀ ਵੈਲ ਐਂਡ ਗੁੱਡ ਹੈ। ਹੁਣ ਅਗਰ ਆਪਾਂ ਗੱਲ ਕਰੀਏ ਇਹ ਬੇਲ ਨੇ ਜਿੱਥੇ ਉਹ ਕੰਮ ਕਰ ਰਿਹਾ, ਜਿੱਥੇ ਉਹਨੇ ਤਲਚਾਰ ਥਰਮਲ ਪਾਵਰ ਸਟੇਸ਼ਨ ਲਗਾ ਰਹੇ ਹੈ ਜਾਂ ਪਾਵਰ ਪ੍ਰੋਜੈਕਟ ਦਾ ਜਿੱਥੇ ਕੰਮ ਚੱਲ ਰਿਹਾ ਤਾਂ ਕਿਹੜੀ ਜਗ੍ਹਾ ਦੇ ਵਿੱਚ ਹੈ? ਐਂਗਲ ਆਪਣੇ ਕੋਲ ਕਿੱਥੇ ਹੈ? ਉੜੀਸਾ ਦੇ ਵਿੱਚ। ਕਿੱਥੇ ਹੈ? ਉੜੀਸਾ ਦੇ ਵਿੱਚ। ਇਹ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉੱਥੇ ਇੱਕ ਨਹੀਂ ਦੋ ਪ੍ਰੋਜੈਕਟ ਲੱਗਣੇ, ਦੋ ਹੀ 600 ਮੈਗਾਵਾਟ ਦੇ ਪ੍ਰੋਜੈਕਟ ਹੈ, ਜਿਹਦੇ ਕਰਕੇ ਇਹਨੂੰ ਨਾ ਇੱਦਾਂ ਵੀ ਲਿਖਿਆ ਹੁੰਦਾ 2 ਮਲਟੀਪਲਾਈ ਬਾਈ ਇੱਦਾਂ, ਠੀਕ ਹੈ ਜੀ। The President of India, Shrimati Draupadi Murmu, inaugurate super computer facility ਕਿੱਥੇ? ਕਿਹੜੀ? ਪਰਮ ਕਾਮਰੂਪਾ ਐਂਡ ਲੈਬੋਰਟਰੀ ਸਮੀਰ ਐਟ ਵਿਚ ਆਫ ਦੀ ਫੋਲੋਇੰਗ ਇੰਸਟੀਟਿਊਟ। ਦੇਖੋ ਦੋ ਚੀਜ਼ਾਂ ਦੀ ਇਨੋਗ੍ਰੇਸ਼ਨ ਕੀਤੀ ਹੈ ਇੱਕ ਕੁਐਸਚਨ ਦੇ ਵਿੱਚ ਹੀ, ਦੋਨੇ ਚ ਕੁਐਸਚਨ ਆਪਾਂ ਖਤਮ ਕਰਤੇ, ਠੀਕ ਹੈ। ਅਗਰ ਆਪਾਂ ਕੁਐਸਚਨ ਨੂੰ ਅਲੱਗ-ਅਲੱਗ ਕਰ ਦਈਏ ਤਾਂ ਆਪਣੇ ਕੋਲ ਕੀ ਆ ਜਾਊਗਾ? ਜਿਹੜਾ ਪਰਮ ਕਾਮਰੂਪਾ ਜਿਹੜਾ ਸੁਪਰ ਕੰਪਿਊਟਰ ਹੈ, ਸੁਪਰ ਕੰਪਿਊਟਰ ਦੇ ਵਿੱਚ ਆਉਂਦਾ, ਉਹ ਕਿੱਥੇ ਮਤਲਬ ਇਨੋਗ੍ਰੇਟ ਕੀਤਾ ਗਿਆ ਜਾਂ ਕਿਹੜੀ ਜਗ੍ਹਾ ਤੇ ਦੂਜਾ ਆਪਣੇ ਕੋਲ ਕੀ ਆ ਜਾਊਗਾ? ਇੱਕ ਲੈਬੋਰਟਰੀ ਹੈ, ਕਿਹੜੀ ਲੈਬੋਰਟਰੀ? ਸਮੀਰ, ਉਹ ਵੀ ਕਿੱਥੇ ਕੀਤੀ ਗਈ ਹੈ? ਦੋਨੋਂ ਅਲੱਗ-ਅਲੱਗ ਚੀਜ਼ਾਂ ਆ ਗਈਆਂ। ਦੋਨੋਂ ਅਲੱਗ-ਅਲੱਗ ਬਾਰੇ ਗੱਲ ਕरें ਤਾਂ ਇਹਦੇ ਵਿੱਚ ਅਗਰ ਆਪਾਂ ਰਾਈਟ ਆਂਸਰ ਦੀ ਗੱਲ ਕरें, ਰਾਈਟ ਆਂਸਰ ਆਪਣੇ ਕੋਲ ਕੀ ਆ ਜਾਊਗਾ? IIT ਗੁਵਾਹਾਟੀ। ਕਿੱਥੇ? IIT ਗੁਵਾਹਾਟੀ ਦੇ ਵਿੱਚ ਇਹ ਕੀਤਾ ਗਿਆ। ਹੁਣ ਅਗਰ ਆਪਾਂ ਗੱਲ ਕਰੀਏ ਪਰਮ ਕਾਮਰੂਪਾ ਦੀ ਤਾਂ ਉਹ ਕਿਹਦੇ ਵਿੱਚ ਆ ਜਾਂਦਾ? ਸੁਪਰ ਕੰਪਿਊਟਰ ਦੇ ਵਿੱਚ ਆ ਜਾਂਦਾ। ਤਾਂ ਸੁਪਰ ਕੰਪਿਊਟਰ ਆ ਇੱਕ ਪ੍ਰੋਪਰਲੀ ਅਗਰ ਆਪਾਂ ਉਹ ਦੇਖੀਏ ਇੱਕ ਮਿਸ਼ਨ ਸੀਗਾ, ਉਹਨੂੰ ਕੀ ਕਿਹਾ ਜਾਂਦਾ ਸੀ? NSM। ਹੁਣ NSM ਕੀ ਸੀਗਾ? ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ, ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ। ਤਾਂ ਉਹਦੇ ਵਿੱਚ ਅਗਰ ਆਪਾਂ ਦੂਜੇ ਪਾਸੇ ਆਪਾਂ ਸਮੀਰ ਦੀ ਗੱਲ ਕਰੀਏ ਤਾਂ ਸਮੀਰ ਕੀ ਸੀਗਾ? ਇੱਕ ਲੈਬੋਰਟਰੀ ਸੀਗੀ, ਠੀਕ ਹੈ। ਉਸ ਲੈਬੋਰਟਰੀ ਦੇ ਵਿੱਚ ਮਤਲਬ ਸੁਪਰ ਕੰਪਿਊਟਰ ਰਿਲੇਟਡ ਜਿਹੜੇ ਕੰਮ ਹੋ ਰਹੇ ਜਾਂ ਉਹਨਾਂ ਨੂੰ ਬਣਾਉਣ ਲਈ ਮਤਲਬ ਇਹ ਜਿਹੜੀ ਇੱਕ ਲੈਬੋਰਟਰੀ ਸੀ ਉਹਦੇ ਵਿੱਚ ਕੰਮ ਹੁੰਦਾ ਸੀ। ਅਕੋਰਡਿੰਗ ਟੂ ਦੀ ਟਾਈਮਸ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ 2023 which of the following has secured top position among the Indian institute? ਹੁਣ ਕੁਐਸਚਨ ਦੇ ਵਿੱਚ ਕੀ ਕਿਹਾ? ਉਹਨਾਂ ਨੇ ਇਹ ਨਹੀਂ ਕਿਹਾ ਕਿ ਟੌਪ ਯੂਨੀਵਰਸਿਟੀ ਕਿਹੜੀ ਹੈ ਇਸ ਮੈਗਜ਼ੀਨ ਦੇ ਅਕੋਰਡਿੰਗ। ਉਹਨਾਂ ਨੇ ਇਹ ਪੁੱਛਿਆ ਇਸ ਮੈਗਜ਼ੀਨ ਦੇ ਅਕੋਰਡਿੰਗ ਇੰਡੀਆ ਦੀਆਂ ਜਿੰਨੀ ਵੀ ਯੂਨੀਵਰਸਿਟੀ ਨੇ ਉਹਦੇ ਵਿੱਚੋਂ ਕਿਹੜੀ ਯੂਨੀਵਰਸਿਟੀ ਨੇ ਟੌਪ ਕੀਤਾ ਹੈ? ਉਹਦੇ ਵਿੱਚੋਂ ਕਿਹੜੀ ਯੂਨੀਵਰਸਿਟੀ ਨੇ ਟੌਪ ਕੀਤਾ ਹੈ? ਤਾਂ ਇਹਦੇ ਵਿੱਚ ਅਗਰ ਆਪਾਂ ਰਾਈਟ ਆਂਸਰ ਦੀ ਗੱਲ ਕਰੀਏ, ਰਾਈਟ ਆਂਸਰ ਆਪਣੇ ਕੋਲ ਕੀ ਆ ਜੂਗੀ? IISc ਬੈਂਗਲੁਰੂ ਨੇ ਕੀ ਕੀਤਾ ਹੈ? ਟੌਪ ਕੀਤਾ। IISc ਨੇ ਬੈਂਗਲੁਰੂ ਨੇ ਕੀ ਕੀਤਾ ਹੈ? ਟੌਪ ਕੀਤਾ। ਲੇਕਿਨ ਇੱਕ ਅਗਰ ਇੰਟਰਸਟਿੰਗ ਫੈਕਟ ਦੀ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ, ਬਾਕੀ ਤੁਸੀਂ ਦੱਸੋਗੇ, ਠੀਕ ਹੈ। ਤੁਹਾਡੇ ਤੋਂ ਪੁੱਛਣਾ 1 2 3 4 5 6 ਪਹਿਲੀਆਂ 6 ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਕਮੈਂਟ ਕਰਕੇ ਦੱਸ ਦਿਓ ਕਿਉਂਕਿ ਇਹਦੇ ਜਿਹੜੀ ਮੈਂ ਫਰਦਰ ਇਨਫੋਰਮੇਸ਼ਨ ਦੇ ਜਾ ਰਿਹਾ ਉਹ ਇੰਪੋਰਟੈਂਟ ਹੈ। IISc ਬੈਂਗਲੁਰੂ ਦੀ ਗੱਲ ਕਰੀਏ ਤਾਂ ਇਹਦਾ ਰੈਂਕ ਕਿਹੜੇ ਰੈਂਕ ਤੇ ਆਇਆ ਸੀ ਜਾਂ ਕਿੰਨਵਾਂ ਰੈਂਕ ਆਇਆ ਸੀ ਜਾਂ ਕਿਹੜੀ ਬ੍ਰੈਕਟ ਦੇ ਵਿੱਚ ਆਇਆ ਸੀ? ਮੈਕਸਿਮਮ ਟੂ ਮੈਕਸਿਮਮ ਕੀ ਪੁੱਛਿਆ ਜਾਊਗਾ? ਬ੍ਰੈਕਟ ਬਾਰੇ ਪੁੱਛਿਆ ਜਾਊਗਾ। ਹੁਣ ਜਿਹੜੀ IISc ਬੈਂਗਲੁਰੂ ਸੀ ਇਹਦਾ ਜੋ ਰੈਂਕ ਆਇਆ ਸੀ ਕਿਹੜੀ ਬ੍ਰੈਕਟ ਦੇ ਵਿੱਚ ਆਇਆ ਸੀ? 251 ਤੋਂ ਲੈ ਕੇ 300 ਦੇ ਜਿਹੜੇ ਰੈਂਕਿੰਗ ਦੀ ਬ੍ਰੈਕਟ ਸੀ ਉਹਦੇ ਵਿੱਚ ਇਹਦਾ ਰੈਂਕ ਆਇਆ ਸੀ। ਮਤਲਬ 1 ਤੋਂ ਲੈ ਕੇ 250 ਤੱਕ ਇੰਡੀਆ ਦੀ ਕੋਈ ਵੀ ਇੰਸਟੀਟਿਊਟ ਨਹੀਂ ਸੀ। 1 ਤੋਂ ਲੈ ਕੇ ਆਪਣੇ ਕੋਲ ਕਿੰਨਾ ਆ ਗਿਆ? 250 ਤੱਕ ਇੰਡੀਆ ਦੀ ਕੋਈ ਵੀ ਇੰਸਟੀਟਿਊਟ ਨਹੀਂ ਸੀਗੀ। ਤਾਂ ਉਸ ਤੋਂ ਸਿਵਾ ਅਗਰ ਗੱਲ ਕਰੀਏ ਤਾਂ ਟੋਟਲ ਜਿਹੜੀ ਰੈਂਕਿੰਗ ਜਾਂਦੀ ਹੈ ਕਿੱਥੇ ਤੱਕ ਜਾਂਦੀ ਹੈ ਜਾਂ ਕਿੰਨੀਆਂ ਮਤਲਬ ਇੰਸਟੀਟਿਊਟ ਆ ਜਿਹੜੇ ਕੰਸੀਡਰ ਕੀਤੀਆਂ ਜਾਂਦੀਆਂ 1 ਤੋਂ ਲੈ ਕੇ 800, ਠੀਕ ਹੈ। ਅਲੱਗ-ਅਲੱਗ ਬ੍ਰੈਕਟ ਹੈ, 50 ਦੀ ਵੀ ਬ੍ਰੈਕਟ ਹੈ, 100 ਦੀ ਵੀ ਬ੍ਰੈਕਟ ਹੈ, 200 ਦੀ ਵੀ ਬ੍ਰੈਕਟ ਹੈਗੀਆਂ ਨੇ, ਠੀਕ ਹੈ। ਅਲੱਗ-ਅਲੱਗ ਬ੍ਰੈਕਟ ਦੇ ਵਿੱਚ ਪਾਇਆ ਗਿਆ। ਅਗਰ ਇੰਡੀਅਨ ਇੰਸਟੀਟਿਊਟ ਦੀ ਗੱਲ ਕਰੀਏ ਤਾਂ ਆਲਮੋਸਟ ਮਤਲਬ 9 ਤੋਂ ਲੈ ਕੇ 10 ਇੰਸਟੀਟਿਊਟ ਤੁਹਾਨੂੰ ਇਸ ਬ੍ਰੈਕਟ ਦੇ ਵਿੱਚ ਮਿਲਣਗੀਆਂ, ਮਤਲਬ 800 ਦੀ ਰੈਂਕਿੰਗ ਤੱਕ ਮਿਲਣਗੀਆਂ। ਸਭ ਤੋਂ ਪਹਿਲੀ ਤੁਹਾਨੂੰ ਕਿੱਥੇ ਮਿਲੀ ਹੈ? 250 ਤੋਂ ਲੈ ਕੇ 300 ਦੀ ਬ੍ਰੈਕਟ ਦੇ ਵਿੱਚ। It was among that the 5th Vande Bharat Express train will be launched in North. It will run on which of the following route? हाँ जी, किनवी बात कर रहे हैं? 5th वंदे भारत एक्सप्रेस ट्रेन की गल करें, 5वीं
वंदे भारत एक्सप्रैस ट्रेन की आप गल करें, लेकिन इस वक्त अज के टाइम की गल करिए आप 2 फरवरी की गल करिए तो 2 फरवरी तक किन्नियां वंदे भारत एक्सप्रैस ट्रेन जिहड़ियां ऑलरेडी मतलब लॉन्च हो चुकी हैं। तो अपने को आ जाऊगा 8 वंदे भारत एक्सप्रैस ट्रेनें जिहड़ियां लॉन्च हो चुकी हैं। इसे महीने फरवरी के महीने मतलब अराउंड 10 फरवरी को भी अगली भी होगी 9th 10 फरवरी को 9वीं वंदे भारत एक्सप्रैस ट्रेन भी होनी है। ठीक है, तो जिहड़ियां 1 तो लैके 7-8 ने अपने को उन्होंने बारे थोड़ा पता होना। 5वीं बारे मैं थोड़ा दस दिना। हुण 5वीं की गल करिए, जी 5वीं जी चली है कितों चली है, चेन्नई तो लैके मसूरू तक चली है। चेन्नई तो मसूरू कोई है अपने को सारियां है, बेंगलुरु, हैदराबाद, कॉम्बैक्ट बेंगलुरु, सारे विच चेन्नई तो मसूरू ही आ रहा है। लेकिन हुण चेन्नई तो मसूरू के किहड़े स्टेशन पर रुक के जाती है, तो अपने को आ जाऊगा चेन्नई तो लैके मसूरू तक जाती है, लेकिन विच किहड़े स्टेशन पर रुकती है, तो वो अपने को बेंगलुरु। किथे आपने को राइट आंसर की है ऑप्शन ए। ठीक है जी। Which of the following tiger reserve has been awarded with Scotch Gold Award for climate resilience building and livelihood promotion through development of bioreserve forest area on degraded forest land? ठीक है, हुण एक अवार्ड दिता गया सी एक नैशनल पार्क नूं। हुण वो नैशनल पार्क के अवार्ड की गल करिए, वो क्यों दिता गया सी, सारा कुछ वैसे क्वेश्चन के मैंशन नहीं किया, ताकि वो जी क्लाइमेट रीबिल्डिंग जी उन्होंने वो सी रेजिलेंस रेजिलेंस मतलब कंट्रोल करना या फिर तो दोबारा खड़ा होना उत्ते काम किया। ठीक है, जो डीग्रेडिड फॉरेस्ट एरिया से उत्ते उन्होंने काम करके उन्होंने दोबारा उन्होंने फॉरेस्ट एरिया के शुरू कर लिया। हुण वो किहड़े उन्होंने अगर गल करिए तो किहड़े रिजर्व में अवार्ड मिले, तो अपने को आ जाऊगा ऑप्शन डी पेंच टाइगर रिजर्व, जो कित्थे है महाराष्ट्र दे विच है। लेकिन इस तो बाद कुछ होर भी यह जे सीगे मतलब सैकेंड नंबर ते या थर्ड नंबर ते सीगे जिन्होंने मतलब अवार्ड दिता गया। तो यह कितों दी महाराष्ट्र, इस तो बाद अपने को किहड़ा आंदा सी राजस्थान, राजस्थान तो बाद अपने को किहड़ा आंदा सी तेलंगाना, मतलब इस तो बाद राजस्थान, राजस्थान तो बाद तेलंगाना। ये 3 राज्य की गल करें, पहले तो महाराष्ट्र, दूजे राजस्थान, तीजे ते अपने को किहड़ा आ गया तेलंगाना। Which of the following has emerged as the only state to achieve the target for 2020 Q1 and Q2 of Jal Jeevan Mission? जल जीवन मिशन की गल की है। हुण जिहड़ा जल जीवन मिशन आ, वो मिशन कहना की चाहता, जल जीवन मिशन ये कहता है भी उस राज्य दे विच, उस स्टेट दे विच, उस डिस्ट्रिक्ट दे विच, या विलेज दे विच, या जिहदी भी गल हो रही है क्वेश्चन के अकॉर्डिंग भी उत्थे 100% तक कितना 100% तक असी जिहड़ा टैप वाटर है वो अवेलेबल करिए हर जगह ते, चाहे स्कूल हो, चाहे दफ्तर हो, चाहे घर हो, चाहे कुछ भी हो जाए। हुण इहदे विच अगर गल करिए Q1 ते Q2 दा, Q1 ते Q2 दा उहदा टारगेट कंप्लीट होया, उहदा टारगेट कंप्लीट होया भी जिहड़ा टारगेट सीगा वो कंप्लीट कर ला। तां किहड़ी अपने को स्टेट आ जूगी, अपने को है तमिलनाडु। किहड़ी स्टेट है, ऑप्शन सी तमिलनाडु। What is the rank of India in the Global Hunger Index 2022? हाँ जी, ग्लोबल हंगर इंडैक्स दे विच इंडिया का कितना रैंक है। ग्लोबल हंगर इंडैक्स दे विच अगर गल करिए तो इंडिया रैंक आया सी कितना सी 107 रैंक आया सी, कितना रैंक आया सी 107। हुण जिहड़ा ये इंडैक्स आया सी इहदे विच टोटल किन्नी कंट्रीज़ दे विचों रैंकिंग दी जाती सी, तो अपनी गल करिए जी टोटल रैंकिंग है वो कितनी है 121 कंट्रीज़ दे विचों दी जाती सी, कितनियां 121 कंट्रीज़ दे विचों दी जाती सी। हुण जे इंडिया दा रैंक 107 है तो ये अगर मैं इंडिया के गवांढी मुल्क की गल करा वो भी काफ़ी वधिया रैंक लैके बैठे है। जिवें श्रीलंका की गल करिए तो श्रीलंका ऑलमोस्ट 40 रैंक पे है। श्रीलंका का कितना रैंक है 40 रैंक, 40 तो बाद नहीं 40 नहीं 40 का बहुत ज़्यादा घट हो गया, सॉरी ये सीगा 60 64। इंडिया का सॉरी श्रीलंका को किहड़ा रैंक सीगा 64 रैंक है श्रीलंका को। श्रीलंका को कितना रैंक है 64 रैंक ते है श्रीलंका। उस तो बाद आप नेपाल की गल करिए, नेपाल को 81 है। बांग्लादेश की गल करिए, बांग्लादेश को 84 है। ठीक है, ईवन के पाकिस्तान की गल करिए, पाकिस्तान को कितना है 99 है। मतलब इंडिया के गवांढी देश भी काफ़ी ज़्यादा सही रैंक लैके बैठे हैं। हुण इहदे विच जिहड़ा मेरा क्वेश्चन है ना वो ये है कि अगर स्टार्टिंग वाले रैंक की गल करिए पहले रैंक ते उन्हां ते किहड़ी कंट्री सारियां, ये थोड़ा जा मतलब एक लाइन का वो आंसर मिलूगा जो थोनू, लेकिन काफ़ी इंटरस्टिंग आंसर मिलूगा। उन्होंने एक बार रीड जरूर कर लियो, पढ़ जरूर लियो। ठीक है, कुछ चीज़ा मैं थोड़े लिए छड्डियां, थोड़ियां रीड आउट करो ताकि होर चीज़ां पता चलन। तेनू कमेंट करना, तेनू कमेंट करना, ऐदा छड्डनी नहीं है, कमेंट ही करो। मैनू भी पता चलूगा भी किहड़े पढ़ के कमेंट कर रहे हैं, किन्ना ने थोड़ा मतलब रिसर्च की है या थोड़ा पढ़े है या थोड़ा अपना लभ्या है कुछ चीज़ों। ठीक है,
द 5th edition of Mega Kayak Festival 2022 was held at ਕਿਹੜਾ ਉੱਤਮ ਤਰਿਊ ਰਿਵਰ ਇਨ ਕਿੱਥੇ ਉੱਤਮ ਵਿਲੇਜ ਵਿਚ ਆਫ ਦੀ ਵਿਲਿੰਗਸਟਨ। ਹੁਣ ਕਿਹੜੇ ਸਟੇਟ ਦੇ ਵਿੱਚ ਇਹ ਜਿਹੜਾ ਫੈਸਟੀਵਲ ਤਾਂ ਨਹੀਂ ਕਹੂੰਗਾ, ਲੇਕਿਨ ਇਹ ਇੱਕ ਉਹਦੇ ਵਾਟਰ ਸਪੋਰਟ ਐਕਟੀਵਿਟੀ ਟਾਈਪ ਹੈ ਜਿਹਦੇ ਵਿੱਚ ਵਾਟਰ ਸਪੋਰਟ ਦੀ ਐਕਟੀਵਿਟੀ ਕੀਤੀ ਜਾਂਦੀ ਹੈ। ਤਾਂ ਉਹ ਕਿੱਥੇ ਹੁੰਦਾ, ਕਿਹੜੀ ਜਗ੍ਹਾ ਤੇ ਹੁੰਦਾ। ਹੁਣ ਇਹਦੀ ਅਗਰ ਆਪਾਂ ਗੱਲ ਕਰੀਏ, ਅਗਰ ਇਸ ਫੈਸਟੀਵਲ ਦੇ ਅਗਰ ਆਪਾਂ ਸਟਾਰਟਿੰਗ ਨਾਮ ਤੇ ਫੋਕਸ ਕਰੀਏ ਤਾਂ ਉੱਥੋਂ ਹੀ ਆਪਾਂ ਨੂੰ ਨਾਮ ਮਿਲ ਜੂਗਾ। ਕੀ ਲਿਖਿਆ ਉਹਨਾਂ ਨੇ? ਮੇਘ। ਕੀ ਲਿਖਿਆ? ਮੇਘ। ਤਾਂ ਇੱਥੋਂ ਹੀ ਆਪਾਂ ਨੂੰ ਕੀ ਪਤਾ ਚੱਲ ਗਿਆ? ਮੈਗਾ ਲਿਖਿਆ, ਮੈਘਾਲਿਆ ਕਿਹੜੇ ਜਗ੍ਹਾ ਹੁੰਦਾ? ਮੇਘਾਲਿਆ ਦੇ ਵਿੱਚ ਹੁੰਦਾ। ਸਭ ਤੋਂ ਇੰਪੋਰਟੈਂਟ ਚੀਜ਼ ਉਰੇ ਜਿਹੜਾ ਕੁਐਸਚਨ ਬਣੂਗਾ ਕੀ ਬਣੂਗਾ ਵੀਰ, ਅਗਰ ਆਪਾਂ ਮੈਸਕੋਟ ਦੀ ਗੱਲ ਕਰੀਏ ਤਾਂ ਜਿਹੜਾ ਮੈਸਕੋਟ ਸੀਗਾ ਇਸ ਗੇਮ ਦੇ ਵਿੱਚ ਕੀ ਸੀਗਾ? ਮੈਸਕੋਟ ਕੀ ਸੀਗਾ? ਮੈਸਕੋਟ ਦਾ ਨਾਮ ਕੀ ਸੀ? ਨਾਮ ਤੋਂ ਪਹਿਲਾਂ ਮੈਸਕੋਟ ਦੀ ਅਗਰ ਆਪਾਂ ਦੇਖ ਲਈਏ ਕਿਹੜਾ ਐਨੀਮਲ ਉਹਨਾਂ ਨੇ ਯੂਜ਼ ਕੀਤਾ ਸੀ ਤਾਂ ਆਪਣੇ ਕੋਲ ਕੀ ਆ ਜਾਊਗਾ? ਲੈਪਰਡ ਐਨੀਮਲ ਯੂਜ਼ ਕੀਤਾ ਸੀ, ਨੋਰਮਲ ਲੈਪਰਡ ਨਹੀਂ, ਮਤਲਬ ਮੇਲ ਨਹੀਂ ਸੀਗਾ, ਉਹ ਫੀਮੇਲ ਲੈਪਰਡ ਦੇ ਵਿੱਚੋਂ ਆਉਂਦਾ ਸੀ। ਉਹਨੂੰ ਕਿਹਾ ਜਾਂਦਾ ਸੀ ਫੀਮੇਲ ਕਲਾਊਡਡ ਲੈਪਰਡ ਕਿਹਾ ਜਾਂਦਾ ਸੀ। ਕਿ ਫੀਮੇਲ ਕਲਾਊਡਡ ਲੈਪਰਡ ਕਿਹਾ ਜਾਂਦਾ ਸੀ। ਤੇ ਉਹਦਾ ਨਾਮ ਕੀ ਸੀ? ਉਹਦਾ ਨਾਮ ਸੀਗਾ ਖਾਸੀਨਾ ਸੀ ਉਹਦਾ ਨਾਮ। ਉਸ ਮੈਸਕੋਟ ਦਾ ਇਹ ਨਾਮ ਰੱਖਿਆ ਗਿਆ ਸੀ। ਐਕਟੀਵਿਟੀ ਇਹ ਆਈ ਥਿੰਕ ਜਿਹੜੀ ਫੈਸਟੀਵਲ ਹੈ ਅਰਾਊਂਡ 4 ਕੁ ਦਿਨਾਂ ਦਾ ਚੱਲਦਾ ਤੇ ਇਹਦੇ ਵਿੱਚ ਅਲੱਗ-ਅਲੱਗ ਮਤਲਬ ਬਾਹਰੋਂ ਕੰਟਰੀ ਵੀ ਕੀ ਕਰਦੀਆਂ? ਪਾਰਟਿਸਿਪੇਟ ਕਰਦੀਆਂ ਨੇ। PM ਨਰਿੰਦਰ ਮੋਦੀ ਡੈਡੀਕੇਟਿਡ ਹਾਊ ਮੈਨੀ ਡਿਜੀਟਲ ਬੈਂਕਿੰਗ ਯੂਨਿਟ ਅਕਰੋਸ ਇੰਡੀਆ। ਤਾਂ ਈਜ਼ੀ ਹੈ ਸਾਰਾ ਦਾ ਸਾਰਾ, ਜਿਵੇਂ ਕਿ ਤੁਸੀਂ ਪਤਾ ਇਸ ਸਾਲ ਪਿਛਲੇ 2022 ਦੀ ਗੱਲ ਕਰੀਏ ਤਾਂ 75 ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤੇ ਮਤਲਬ ਉਹਨਾਂ ਨੇ ਮਤਲਬ ਲਿੰਕ ਕੀਤਾ ਹੋਇਆ ਸੀ। ਤਾਂ ਹਰ ਚੀਜ਼ ਕੀ ਨਾਲ ਇੰਟਰਲਿੰਕ ਸੀ, ਐਟ ਦੀ ਐਂਡ 75 ਨਾਲ ਇੰਟਰਲਿੰਕ ਸੀ। ਵੈਸੇ ਆਂਸਰ ਤੁਹਾਨੂੰ ਆਲਰੇਡੀ ਪਤਾ ਹੋਣਾ ਸੀਗਾ, ਠੀਕ ਹੈ। ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਰਾਈਟ ਆਂਸਰ ਕੀ ਆ ਜਾਊਗਾ? 75। ਆਪਸ਼ਨ ਏ ਰਾਈਟ ਆਂਸਰ ਆਪਣੇ ਕੋਲ ਕੀ ਹੈ? 75। ਲੇਕਿਨ ਅਗਰ ਮੈਂ ਇਹਦੇ ਵਿੱਚ ਇੱਕ ਪੁੱਛਾਂ ਵੀ ਸਟੇਟ ਦੇ ਯੂਨੀਅਨ ਟੈਰੀਟਰੀਜ਼ ਦੇ ਵਿੱਚ ਜਿਹੜੇ ਬੈਂਕਿੰਗ ਸੀਗੇ ਉਹ ਕਿੰਨੀਆਂ ਬੈਂਕਿੰਗ ਸੀਗੀਆਂ ਜਾਂ ਕਿਹੜੇ ਪ੍ਰਾਈਵੇਟ ਸੈਕਟਰ ਸੀ ਜਾਂ ਕਿੰਨੇ ਪਬਲਿਕ ਸੈਕਟਰ ਬੈਂਕ ਸੀਗੇ, ਇਹ ਕੁਝ ਇੰਪੋਰਟੈਂਟ ਫੈਕਟ ਹੈ। ਇਹਨਾਂ ਬਾਰੇ ਥੋੜਾ ਰੀਡ ਕਰੋਗੇ ਤਾਂ ਤੁਹਾਨੂੰ ਪਤਾ ਚੱਲ ਜੂਗਾ। ਵੈਸੇ ਮੈਂ ਜਨਰਲੀ ਤੁਹਾਨੂੰ ਇਨਫੋਰਮੇਸ਼ਨ ਦੇ ਵਿੱਚ ਜ਼ਿਆਦਾ ਕਿ 11 ਪਬਲਿਕ ਸੈਕਟਰ ਬੈਂਕ ਸੀ ਤੇ 12 ਪ੍ਰਾਈਵੇਟ ਸੈਕਟਰ ਬੈਂਕ ਸੀ। ਆਈ ਥਿੰਕ ਇੱਕ ਅੱਧਾ ਇੱਕ ਹੋਰ ਇਹਦੇ ਵਿੱਚ ਇੰਡੀਪੈਂਡੈਂਸ ਸਮਥਿੰਗ ਲਾਈਕ ਇੱਦਾਂ ਉਹਨਾਂ ਨੇ ਐਡ ਕੀਤੀ ਹੋਈ ਸੀ ਇੱਕ ਲਾਈਨ। Which of the following has carried out a successful launch of submarine launched ballistic missile? ਕਿਹਦੀ ਗੱਲ ਕਰਦੇ? ਕਿਤੇ ਫੋਕਸ ਕਰ ਰਿਹਾ ਉਹਦੇ ਸਬਮਰੀਨ ਤੇ ਫੋਕਸ ਕਰਿਓ, ਕਿਤੇ ਸਬਮਰੀਨ ਤੇ ਫੋਕਸ ਕਰਿਓ। ਅਕਤੂਬਰ ਮਹੀਨੇ ਦੀ ਗੱਲ ਕਰ ਰਿਹਾ ਤਾਂ ਅਕਤੂਬਰ ਮਹੀਨੇ ਦੇ ਵਿੱਚ ਇਹ ਜੀ ਕਿਹੜੀ ਐਕਸਰਸਾਈਜ਼ ਹੋਈ ਸੀ? ਐਕਸਰਸਾਈਜ਼ ਤਾਂ ਨਹੀਂ, ਮਤਲਬ ਇੱਕ ਸਬਮਰੀਨ ਵੱਲੋਂ ਮਤਲਬ ਸਕਸੈਸਫੁਲੀ ਟੈਸਟ ਹੈ ਜਿਹੜਾ ਕੰਡਕਟ ਕੀਤਾ ਗਿਆ ਸੀ ਕਿਤੇ ਬਲਾਸਟਿੰਗ ਮਿਸਾਈਲ ਤੇ। ਤਾਂ ਆਪਾਂ ਕਿਹਦੀ ਗੱਲ ਕਰ ਰਹੇ ਹਾਂ? ਆਪਾਂ ਕਰ ਰਹੇ ਹਾਂ INS ਅਰੀਹੰਤ ਦੀ। ਕਿਹਦੀ? INS ਅਰੀਹੰਤ ਸਬਮਰੀਨ ਹੈ ਜਿਹੜੀ, ਉਹਦੀ ਗੱਲ ਕਰ ਰਹੇ ਹਾਂ। Scientists have discovered Paraliparis celti in Atacama Trench. It belongs to which of the following species? हाँ, Paraliparis celti ਦੀ ਗੱਲ ਕਰੀਏ ਤਾਂ ਇਹ ਕਿਹੜੀ ਸਪੀਸੀਜ਼ ਤੋਂ ਬਿਲੋਂਗ ਕਰਦਾ ਹੈ? ਇਹ ਕਿਹੜੀ ਸਪੀਸੀਜ਼ ਤੋਂ ਬਿਲੋਂਗ ਕਰਦਾ? ਤਾਂ ਆਪਣੇ ਕੋਲ ਰਾਈਟ ਆਂਸਰ ਕੀ ਆ ਜਾਊਗਾ? ਇਹ ਕਰਦਾ ਹੈ ਫਿਸ਼ ਤੋਂ। ਕਿਹੜੀ ਸਪੀਸੀਜ਼ ਤੋਂ ਬਿਲੋਂਗ ਕਰਦਾ ਹੈ? ਫਿਸ਼ ਦੀ ਸਪੀਸੀਜ਼ ਤੋਂ ਬਿਲੋਂਗ ਕਰਦਾ ਹੈ। ਹੁਣ ਅਗਰ ਮੈਂ ਤੁਹਾਡੇ ਤੋਂ ਇਹ ਪੁੱਛਾਂ ਆਟਾਕਾਮਾ ਜਿਹੜੀ ਟ੍ਰੈਂਚ ਹੈ ਕਿੱਥੇ ਹੈ? ਹਾਂਜੀ, ਆਟਾਕਾਮਾ ਜਿਹੜੀ ਟ੍ਰੈਂਚ ਹੈ ਕਿੱਥੇ ਹੈ? ਚਲੋ ਇਹ ਕੁਐਸਚਨ ਮਾਰਕ ਦੇ ਵਿੱਚ ਰੱਖਿਆ, ਇਹ ਤੁਸੀਂ ਕੀ ਕਰਨਾ ਹੈ? ਕਮੈਂਟ ਕਰਨਾ। ਜੇ ਨਹੀਂ ਪਤਾ ਤਾਂ ਸਰਚ ਕਰਕੇ ਕਮੈਂਟ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਚੀਜ਼ ਕਨਫਰਮ ਹੋ ਜੇ। ਓਕੇ, ਜਿਹੜੀ ਐਕਸਪਲੇਨੇਸ਼ਨ ਉਹ 'ਚ ਤਾਂ ਐਡ ਕਰੂੰਗਾ ਹੀ ਕਰੂੰਗਾ, ਬਟ ਸਟਿਲ ਨਹੀਂ ਤਾਂ ਫਿਰ ਉਨੀ ਦੇਰ ਤੱਕ ਮੈਂ ਐਕਸਪਲੇਨੇਸ਼ਨ ਨਹੀਂ ਭੇਜਣੀ ਆ। ਓਕੇ, ਵਿਚ ਆਫ ਦੀ ਫੋਲੋਇੰਗ ਕੰਟਰੀਜ਼ ਹੈਜ਼ ਰਿਕੁਐਸਟਡ ਇੰਡੀਆ ਟੂ ਟ੍ਰਾਂਸਲੋਕੇਟ ਇੰਡੀਅਨ ਬਿਸੋਨ ਗੈਵਾਰਾਸ ਫॉर ਇਟਸ ਰੀਇੰਟਰੋਡਕਸ਼ਨ ਇਨ ਦੈਟ ਕੰਟਰੀ। ਓਕੇ, ਇੱਕ ਕੰਟਰੀ ਨੇ ਰਿਕੁਐਸਟ ਕੀਤੀ ਹੈ ਇੰਡੀਆ ਨੂੰ ਵੀ ਜਿਹੜੇ ਇੰਡੀਆ ਦੇ ਜਿਹੜੇ ਬਿਸੌਨ ਨੇ ਉਹਨਾਂ ਨੂੰ ਮਤਲਬ ਰੀਲੋਕੇਟ ਕੀਤਾ ਜਾਵੇ। ਰੀਲੋਕੇਟ ਜਿਵੇਂ ਕਿ ਹੁਣ ਇੰਡੀਆ ਦੇ ਵਿੱਚ ਚੀਤਾ ਰੀਲੋਕੇਟ ਹੋ ਰਹੇ ਨੇ। ਚੀਤਾ ਹੁਣ ਕਿੱਥੋਂ ਮੰਗਾਏ ਜਾ ਰਹੇ? ਅਫਰੀਕਨ ਕੰਟੀਨੈਂਟ ਤੋਂ ਮੰਗਾਏ ਜਾ ਰਹੇ ਇੰਡੀਆ ਦੇ ਵਿੱਚ। ਤਾਂ ਉਹ ਕੀ ਆ? ਰੀਲੋਕੇਸ਼ਨ ਹੋ ਰਹੀ ਹੈ ਇੱਕ ਟਾਈਪ ਦੀ ਵੀ। ਉੱਦਾਂ ਹੀ ਇੱਕ ਹੋਰ ਕੰਟਰੀ ਨੇ ਇਹ ਰਿਕੁਐਸਟ ਪਾਈ ਹੋਈ ਹੈ ਇੰਡੀਆ ਨੂੰ ਵੀ ਇੰਡੀਆ ਦੇ ਜਿਹੜੇ ਬੈਸਿਨ ਨੇ, ਬੈਸਿਨ ਮਤਲਬ ਭੈਂਸ ਜਿਹੜੀ ਆਪਣੀ ਜਿਹਨੂੰ ਭੈਂਸ ਕਹਿ ਰਹੇ ਆਪਾਂ, ਮੱਝ ਕਹਿ ਰਹੇ ਆ, ਉਹਦੇ ਵਰਗੀ ਹੁੰਦੀ ਆ, ਮਤਲਬ ਕਾਫੀ ਮਤਲਬ ਹੈਵੀ ਹੁੰਦੀ ਹੈ ਅਤੇ ਤਕੜੀ ਹੁੰਦੀ ਹੈ, ਸਾਂਢ ਵਰਗੀ ਹੁੰਦੀ ਹੈ, ਠੀਕ ਹੈ। ਤਾਂ ਉਹ ਕਿੰਨੇ ਰਿਕੁਐਸਟ ਪਾਈ ਹੈ? ਸ਼੍ਰੀਲੰਕਾ ਨੇ ਪਾਈ ਹੋਈ ਹੈ। Scientists have successfully implanted and integrated human neurons into which of the following species to study psychiatric disorder like schizophrenia
ਫੈਰਨੀਆ ਐਂਡ ਆਸਟਿਨ। ਹਾਂਜੀ, ਜਿਹੜਾ ਹਿਊਮਨ ਨਿਊਰਨ ਸਿਸਟਮ ਦੇ ਵਿੱਚ ਕੀ ਹੈ, ਸਾਇੰਟਿਸਟ ਨੇ ਕੀ ਕੀਤਾ ਵੀ ਜਿਹੜਾ ਹਿਊਮਨ ਨਿਊਰਨ ਸਿਸਟਮ ਸੀਗਾ ਉਹਦੇ ਵਿੱਚ ਇੰਪਲੀਮੈਂਟ ਕੀਤਾ ਇੱਕ ਕਿਸੇ ਹੋਰ ਸਪੀਸੀਜ਼ ਦੇ ਵਿੱਚ, ਠੀਕ ਹੈ, ਤਾਂ ਕਿ ਉਹਦੇ ਵਿੱਚ ਆਪਾਂ ਕੀ ਸਟੱਡੀ ਕਰ ਸਕੀਏ ਵੀ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਉਹ ਚੀਜ਼ ਨੂੰ ਸਟੱਡੀ ਕਰ ਸਕੀਏ। ਤਾਂ ਕਿਹੜੀ ਸਪੀਸੀਜ਼ ਦੀ ਗੱਲ ਕਰਿਆ ਜਿਹਦੇ ਵਿੱਚ ਪਾਇਆ, ਤਾਂ ਉਹਦੇ ਵਿੱਚ ਆਪਣੇ ਕੋਲ ਕੀ ਆ ਜਾਊਗਾ, ਰੈਟ ਸਪੀਸੀਜ਼ ਦੇ ਵਿੱਚ। ਕਿਹੜੀ ਸਪੀਸੀਜ਼ ਵਿੱਚ ਇੰਪਲਾਂਟ ਕੀਤਾ ਹੈ, ਰੈਟ ਦੇ ਵਿੱਚ। ਪਰਪਲ ਰੈਵੋਲੂਸ਼ਨ ਇਜ਼ ਰਿਲੇਟਡ ਟੂ ਕਲਟੀਵੇਸ਼ਨ ਆਫ ਵਿਚ ਆਫ ਦੀ ਫੋਲੋਇੰਗ। ਹਾਂਜੀ, ਪਰਪਲ ਰੈਵੋਲੂਸ਼ਨ ਬਹੁਤ ਈਜ਼ੀ ਕੁਐਸਚਨ ਹੈ, ਕਿਹਦੇ ਰਿਲੇਟਡ ਹੈ, ਲਵੈਂਡਰ ਦੇ ਰਿਲੇਟਡ ਹੈ। ਲੇਕਿਨ ਜਿਹੜਾ ਲਵੈਂਡਰ ਦੀ ਗੱਲ ਕਰੀਏ ਤਾਂ ਇਹਨਾਂ ਨਾ ਇੱਕ ਪ੍ਰੋਪਰ ਮਿਸ਼ਨ ਦਾ ਨਾਮ ਵੀ ਰੱਖਿਆ ਸੀਗਾ ਵੀ ਕਿਸ ਮਿਸ਼ਨ ਨੂੰ ਉਹ ਲਵੈਂਡਰ ਦੇ ਵਿੱਚ ਕਹਿੰਦੇ ਆ, ਕਿਉਂਕਿ ਲਵੈਂਡਰ ਫਲਾਵਰ ਦੀ ਉੱਥੇ ਗਰੋਥ ਹੁੰਦੀ ਹੈ। ਤੇ ਪਲੱਸ ਕਿਹੜੀ ਸਟੇਟ ਜਾਂ ਯੂਟੀ ਦੀ ਗੱਲ ਕਰਦੇ ਤਾਂ ਆਪਣੇ ਕੋਲ ਕੀ ਆ ਜਾਊਗਾ, ਜੰਮੂ ਐਂਡ ਕਸ਼ਮੀਰ ਦੀ ਗੱਲ ਹੋ ਰਹੀ ਹੈ। ਕਿਹਦੀ, ਜੰਮੂ ਐਂਡ ਕਸ਼ਮੀਰ ਦੀ ਗੱਲ ਹੋ ਰਹੀ ਹੈ। ਉਹ ਲਵੈਂਡਰ ਦਾ ਜਿਹੜਾ ਮਿਸ਼ਨ ਸੀਗਾ ਕੀ ਸੀਗਾ, ਅਰੋਮਾ ਮਿਸ਼ਨ। ਕਿਹੜਾ, ਅਰੋਮਾ ਮਿਸ਼ਨ ਦੇ ਅੰਡਰ ਆ ਜਾਂਦਾ ਸੀਗਾ ਇਹ ਸਾਰਾ, ਜਿਹਦੇ ਵਿੱਚ ਕੀ ਉਹਦੇ ਕਲਟੀਵੇਸ਼ਨ ਆਫ ਲਵੈਂਡਰ ਹੁੰਦਾ ਸੀਗਾ, ਠੀਕ ਹੈ, ਲਵੈਂਡਰ ਦੀ ਕਲਟੀਵੇਸ਼ਨ ਕਰਨੀ ਹੈ। The central government has approved the construction of cable stayed cum suspension bridge, ਠੀਕ ਹੈ, ਕਿੱਥੇ, ਕ੍ਰਿਸ਼ਨਾ ਰਿਵਰ ਤੇ, which is connected to ਤੇਲੰਗਾਨਾ। ਅੱਛਾ, ਹੁਣ ਕ੍ਰਿਸ਼ਨਾ ਰਿਵਰ ਦੀ ਗੱਲ ਕਰ ਰਹੇ ਹਾਂ, ਕ੍ਰਿਸ਼ਨਾ ਰਿਵਰ ਦੀ ਗੱਲ ਕਰ ਰਿਹਾ ਤਾਂ ਕ੍ਰਿਸ਼ਨਾ ਰਿਵਰ ਤਾਂ ਤੁਹਾਡੇ ਮਾਈਂਡ ਦੇ ਵਿੱਚ ਆਲਰੇਡੀ ਮੈਪ ਬਣ ਜਾਣਾ ਚਾਹੀਦਾ ਵੀ ਕ੍ਰਿਸ਼ਨਾ ਰਿਵਰ ਹੈ ਕਿੱਥੇ ਹੈ ਤੇ ਉਹ ਕਿਹੜੀ ਸਟੇਟਸ ਦੇ ਵਿੱਚ ਪੈਂਦਾ, ਠੀਕ ਹੈ। ਹੁਣ ਕ੍ਰਿਸ਼ਨਾ ਰਿਵਰ ਤੇ ਇੱਕ ਬ੍ਰਿਜ ਬਣਿਆ, ਕਿਹੜਾ ਬ੍ਰਿਜ ਬਣਿਆ ਤਾਂ ਆਪਣੇ ਕੋਲ ਕੀ ਆ ਜਾਊਗਾ, ਕੇਬਲ ਸਟੇਡ ਸਸਪੈਂਸ਼ਨ ਬ੍ਰਿਜ ਬਣਿਆ। ਇੱਕ ਸਾਈਡ ਤੇ ਤੇਲੰਗਾਨਾ ਤਾਂ ਦੂਜੇ ਸਾਈਡ ਤੇ ਆਪਾਂ ਕਿਹੜੇ ਉਹਦੀ ਗੱਲ ਕਰ ਰਹੇ ਹਾਂ ਤਾਂ ਕਿਹੜੀ ਸਟੇਟ ਦੀ ਗੱਲ ਕਰ ਰਹੇ ਹਾਂ ਤਾਂ ਆਪਣੇ ਕੋਲ ਕੀ ਆ ਜਾਊਗਾ, ਆਂਧਰਾ ਪ੍ਰਦੇਸ਼। ਕਿਹੜੀ ਆ ਜਾਊਗੀ, ਆਂਧਰਾ ਪ੍ਰਦੇਸ਼ ਦੀ ਗੱਲ ਹੋ ਰਹੀ ਹੈ ਦੂਜੀ ਸਾਈਡ। Which of the following state has secured the first rank in the recently released Public Affair Index among the large state categories? Large state categories ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪਬਲਿਕ ਸਫੇਅਰ ਇੰਡੈਕਸ ਦੀ ਗੱਲ ਕਰੀਏ ਤਾਂ ਆਲਮੋਸਟ ਆਪਾਂ ਗੱਲ ਕਰੀਏ ਫਸਟ ਰੈਂਕ ਕਿਹਨੂੰ ਮਿਲਿਆ ਸੀ। ਅਗਰ ਆਪਾਂ ਫਸਟ ਰੈਂਕ ਦੀ ਗੱਲ ਕਰੀਏ ਤਾਂ ਜਿਹੜਾ ਫਸਟ ਰੈਂਕ ਮਿਲਿਆ ਸੀ ਕਿਹਨੂੰ ਮਿਲਿਆ ਸੀ, ਹਰਿਆਣਾ ਨੂੰ ਮਿਲਿਆ ਸੀ। ਸਭ ਤੋਂ ਪਹਿਲਾ ਰੈਂਕ ਕਿਹਨੂੰ ਮਿਲਿਆ ਸੀ, ਹਰਿਆਣਾ ਨੂੰ ਸਭ ਤੋਂ ਪਹਿਲਾ ਰੈਂਕ ਦਿੱਤਾ ਗਿਆ ਸੀ। ਲੇਕਿਨ ਅਗਰ ਆਪਾਂ ਇਸ ਰੈਂਕ ਦੇ ਵਿੱਚ ਗੱਲ ਕਰੀਏ, ਪੰਜਾਬ ਦਾ ਕੋਈ ਰੈਂਕ ਸੀਗਾ, ਪੰਜਾਬ ਕੋਈ ਨੇੜੇ ਤੇੜੇ ਸੀਗੀ, ਜਾਂ ਦੂਜੇ ਰੈਂਕ ਤੇ ਕਿਹੜਾ ਸੀ, ਤੀਜੇ ਰੈਂਕ ਤੇ ਕਿਹੜਾ ਸੀ। ਹੁਣ ਇਹ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਕਿੱਥੇ ਦੇਖੋ ਜੀ ਫੋਲੋ ਕਰਦਾ, ਪਹਿਲੇ ਰੈਂਕ ਤੇ ਹਰਿਆਣਾ, ਦੂਜੇ ਰੈਂਕ ਤੇ ਆਪਣੇ ਕੋਲ ਕਿਹੜੀ ਸੀਗੀ, ਤਾਮਿਲਨਾਡੂ, ਦੂਜੇ ਰੈਂਕ ਤੇ ਕਿਹੜਾ ਆ ਗਿਆ, ਤਾਮਿਲਨਾਡੂ। ਤੀਜੇ ਰੈਂਕ ਤੇ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਕੀ ਸੀਗਾ, ਛੱਤੀਸਗੜ੍ਹ। ਚੌਥੇ ਰੈਂਕ ਦੀ ਗੱਲ ਕਰੀਏ ਤਾਂ ਚੌਥੇ ਰੈਂਕ ਤੋਂ ਆਪਣੇ ਕੋਲ ਕਿਹੜਾ ਆਉਂਦਾ ਸੀ, ਪੰਜਾਬ। ਚੌਥੇ ਤੇ ਕਿਹੜਾ ਆ ਰਿਹਾ, ਪੰਜਾਬ ਰਿਹਾ। ਪੰਜਾਬ ਤੋਂ ਬਾਅਦ ਅਗਰ ਆਪਣੇ ਗੱਲ ਕਰੀਏ ਤਾਂ ਆਪਣੇ ਕੋਲ ਕਿਹੜਾ ਸੀ, ਕਰਨਾਟਕਾ। ਕਿਹੜੀ ਆ ਜਾਂਦੀ ਹੈ, ਕਰਨਾਟਕਾ ਆਪਣੇ ਕੋਲ ਆ ਜਾਂਦੀ ਹੈ। ਓਕੇ, ਨੈਕਸਟ ਦੇਖੋ, ਸਪਰੂਟ SDM-1 ਲਾਈਟ MPS ਟੈਂਕ ਇਸ ਮੈਨੂਫੈਕਚਰ। ਅੱਛਾ, ਹੁਣ ਇਹ ਜਿਹੜਾ ਇੱਕ ਟੈਂਕ ਹੈ ਮੈਨੂਫੈਕਚਰ ਕਿਹੜੀ ਕੰਟਰੀ ਦੁਆਰਾ ਕੀਤਾ ਗਿਆ, ਇਹ ਇੰਪੋਰਟੈਂਸ ਕਿਉਂ ਹੈ, ਕਿਉਂਕਿ ਉਸ ਟਾਈਮ ਪੀਰੀਅਡ ਦੀ ਗੱਲ ਕਰੀਏ, ਮਤਲਬ ਅਕਤੂਬਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇੰਡੀਆ ਮਤਲਬ ਇਸ ਟੈਂਕ ਨੂੰ ਪ੍ਰੋਕਿਓਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮਤਲਬ ਇੰਡੀਆ ਚਾਹੁੰਦਾ ਸੀ ਵੀ ਇਹ ਟੈਂਕ ਆਪਾਂ ਇੰਡੀਆ ਦੇ ਵਿੱਚ ਲੈ ਆਈਏ ਤਾਂ ਕਿ ਇਹਨੂੰ ਆਪਾਂ ਯੂਜ਼ ਕਰ ਸਕੀਏ। ਤਾਂ ਕਿਹਦੇ ਦੁਆਰਾ ਬਣਾਇਆ ਗਿਆ ਹੈ, ਰਸ਼ੀਆ ਦੁਆਰਾ। Which of the following organization has released a report the impact of the war in Ukraine and subsequent economic downturn in child poverty in Eastern Europe? ਹੁਣ ਇੱਕ ਆਰਗੇਨਾਈਜੇਸ਼ਨ ਵੱਲੋਂ ਕੀ ਕੀਤਾ ਗਿਆ ਸੀ, ਇੱਕ ਰਿਪੋਰਟ ਰਿਲੀਜ਼ ਕੀਤੀ ਗਈ ਸੀ। ਉਹ ਜਿਹੜੀ ਸਾਰੀ ਰਿਪੋਰਟ ਸੀ ਉਹ ਕਿਸ ਬੇਸਿਸ ਤੇ ਸੀਗੀ ਵੀ ਜਿਹੜੀ ਇਹ ਯੂਕਰੇਨ ਤੇ ਰਸ਼ੀਆ ਦੀ ਵਾਰ ਹੋ ਰਹੀ ਹੈ ਤਾਂ ਯੂਕਰੇਨ ਤੇ ਰਸ਼ੀਆ ਦੀ ਵਾਰ ਨਾਲ ਕੀ ਇਫੈਕਟ ਪੈ ਰਿਹਾ। ਇੱਕ ਤਾਂ ਜਿਹੜੀ ਆ ਇਕਨੋਮੀ ਹੈ ਕਾਫੀ ਉਹ ਨੀਚੇ ਚਲ ਗਈ, ਦੂਜਾ ਜਿਹੜੀ ਚਾਈਲਡ ਦੀ ਪਾਵਰਟੀ ਤੇ ਉਹ ਤੇ ਕਾਫੀ ਇਫੈਕਟ ਪਿਆ ਇਕਨੋਮੀ ਕਰਕੇ। ਤਾਂ ਕਿਹਦੇ ਦੁਆਰਾ ਕੀਤੀ ਗਈ ਹੈ, ਇਹ ਯੂਨੀਸੈਫ ਦੁਆਰਾ ਕੀਤੀ ਗਈ ਸੀ। ਕਿਹਦੇ ਦੁਆਰਾ ਕੀਤੀ ਗਈ ਸੀ, ਯੂਨੀਸੈਫ। ਤਾਂ ਤੁਹਾਨੂੰ ਥੋੜਾ ਲਿੰਕ ਉਰੋਂ ਹੀ ਮਿਲ ਜਾਊਗਾ, ਠੀਕ ਹੈ, ਚਿਲਡਰਨ ਤੇ ਚਾਈਲਡ ਤੋਂ ਥੋੜਾ ਲਿੰਕ ਮਿਲ ਸਕਦਾ ਤੁਹਾਨੂੰ। Indian Army has signed a MOU with how many banks for providing banking facility to Agniveers on enrollment? हाँ जी, अग्निवीर ਲਈ ਜਿਹੜਾ ਆਪਣੇ ਕੋਲ ਇੰਡੀਅਨ ਆਰਮੀ ਸੀ ਉਹਨਾਂ ਨੇ ਕਿੰਨੇ ਬੈਂਕ ਨਾਲ ਕੰਟਰੈਕਟ ਕੀਤਾ ਹੋਇਆ ਤਾਂ ਆਪਣੇ ਕੋਲ ਕੀ ਆ ਜਾਊਗਾ, 11 ਬੈਂਕਸ। ਕੀ ਆ ਜਾਣਗੇ, 11 ਬੈਂਕਸ। 11 ਬੈਂਕਸ ਦੇ ਨਾਮ ਲੈ ਲਈਏ, ਮਤਲਬ ਮੈਕਸਿਮਮ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। SBI ਹੋ ਗਿਆ, PNB ਹੋ ਗਿਆ, ਬੈਂਕ ਆਫ ਬੜੌਦਾ ਹੋ ਗਿਆ, IDB ਹੋ ਗਿਆ, HDFC ਹੋ ਗਿਆ, ਐਕਸਿਸ ਬੈਂਕ ਹੋ ਗਿਆ, ਕਿੰਨੇ ਹੋ ਗਏ, 6 ਹੋ ਗਏ, ਯੈਸ ਬੈਂਕ ਹੋ ਗਿਆ, ਕੋਟਕ ਬੈਂਕ ਹੋ ਗਿਆ, ਇੱਕ IDFC ਬੈਂਕ ਸਮਥਿੰਗ ਲਾਈਕ ਦੈਟ ਇੱਦਾਂ ਹੁੰਦਾ। ਅਤੇ 10ਵਾਂ ਸੀਗਾ ਆਪਣਾ ਉਹ ਬੰਧਨ ਬੈਂਕ ਜਿਹੜਾ ਸੌਰਵ ਗਾਂਗੁਲੀ ਨਾਲ ਰਿਲੇਟਡ ਸੀਗਾ। ਇੱਕ ਬੈਂਕ ਰਹਿ ਗਿਆ, ਇੱਕ ਬੈਂਕ ਹਜੇ ਵੀ ਮੈਂ ਭੁੱਲ ਗਿਆ, ਠੀਕ ਹੈ। ਓਕੇ, ਤਾਂ ਉਹ ਤੁਸੀਂ ਵੀ ਲਿਖ ਲਿਓ, ਤੁਹਾਨੂੰ ਵੀ ਪਤਾ ਚੱਲ ਜੂਗਾ 11 ਬੈਂਕ ਕਿਹੜੇ ਕਿਹੜੇ ਸੀਗੇ।
ਅਕੋਰਡਿੰਗ ਟੂ ਦੀ ਗਲੋਬਲ ਮਲਟੀਮੀਡੀਆ ਡਿਮੈਂਸ਼ਨ ਪੋਵਰਟੀ ਇੰਡੈਕਸ 2022 ਕਿਹਦੀ ਗੱਲ ਕਰ ਰਿਹਾ, ਮਲਟੀ ਡਿਮੈਂਸ਼ਨਲ ਪੋਵਰਟੀ ਇੰਡੈਕਸ ਦੀ ਗੱਲ ਕਰ ਰਿਹਾ 2022 ਦੇ। ਹਾਊ ਮੈਨੀ ਪੀਪਲ ਵਰ ਲਿਫਟਡ ਆਊਟ ਆਫ ਦੀ ਪੋਵਰਟੀ ਇਨ ਇੰਡੀਆ ਬਿਟਵੀਨ 2005 ਤੋਂ ਲੈ ਕੇ 2019 ਤੋਂ ਲੈ ਕੇ 21। 2005 ਤੋਂ 2006 ਦੇ ਡਾਟੇ ਤੋਂ ਬਾਅਦ 2019 ਤੇ 2021, 2019 ਤੇ 21 ਸੀ ਨਾ, ਹਾਂ, ਇਸ ਗੈਪ ਦੇ ਵਿੱਚ ਕਿੰਨੇ ਜਿਹੜੇ ਲੋਕ ਸੀ ਇੰਡੀਆ ਦੇ ਵਿੱਚ ਕਿੰਨੇ ਜਿਹੜੇ ਲੋਕ ਸੀ ਉਹਨਾਂ ਨੂੰ ਕੀ ਕਰਤਾ, ਲਿਫਟਡ ਆਊਟ, ਮਤਲਬ ਪੋਵਰਟੀ ਤੋਂ ਬਾਹਰ ਕੱਢ ਲਿਆ, ਮਤਲਬ ਪੋਵਰਟੀ ਤੋਂ ਬਾਹਰ ਕੱਢ ਲਿਆ। ਕਿੰਨੇ ਲੋਕਾਂ ਦੀ ਗੱਲ ਹੋ ਰਹੀ ਹੈ, ਤਾਂ ਉਹਦੇ ਵਿੱਚ ਅਗਰ ਆਪਾਂ ਕਰੋੜ ਦੇ ਵਿੱਚ ਗੱਲ ਕਰੀਏ ਜਾਂ ਮਿਲੀਅਨ ਦੇ ਵਿੱਚ ਗੱਲ ਕਰੀਏ, ਕਿਉਂਕਿ ਰਿਪੋਰਟ ਦੇ ਵਿੱਚ ਮਿਲੀਅਨ ਆਇਆ ਸੀਗਾ, ਕੁਐਸਚਨ ਆਪਾਂ ਨੂੰ ਮਤਲਬ ਅਗਰ ਐਗਜ਼ਾਮ ਪੁਆਇੰਟ ਆਫ ਵੀ ਨਾ ਕਰੀਏ ਤਾਂ ਚਾਂਸਿਸ ਹੈ ਕਰੋੜ ਦੇ ਵਿੱਚ ਆਊਗਾ। ਜਿਵੇਂ ਉਰੇ ਲਿਖਿਆ ਹੋਇਆ ਕੀ ਹੈ, 41.5 ਕਰੋੜ। ਉਹੀ ਜੇ ਆਪਾਂ ਮਿਲੀਅਨ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਆ ਜਾਊਗਾ, 415 ਮਿਲੀਅਨ ਦੇ ਤੌਰ ਤੇ ਵੀ ਇਹਨੂੰ ਲਿਖਿਆ ਜਾ ਸਕਦਾ, ਠੀਕ ਹੈ, 415 ਮਿਲੀਅਨ ਦੇ ਤੌਰ ਤੇ ਵੀ ਜੀ ਇਹਨੂੰ ਲਿਖਿਆ ਜਾ ਸਕਦਾ। ਇਹ ਜਿਹੜੀ ਰਿਪੋਰਟ ਸੀ ਇਹ ਤੇ ਕੰਮ ਕਿੰਨੇ ਕੀਤਾ ਸੀਗਾ, ਇੱਕ ਆਪਣੀ ਜਿਹੜੀ ਯੂਨਾਈਟਿਡ ਨੇਸ਼ਨ ਜਿਹੜੀ ਆਪਣੀ ਉਹ ਆਪਾਂ UNDP ਡਿਵੈਲਪਮੈਂਟ ਪ੍ਰੋਗਰਾਮ ਤੇ ਪਲੱਸ ਇੱਕ ਜਿਹੜੀ ਆਕਸਫੋਰਡ ਯੂਨੀਵਰਸਿਟੀ, ਉਹ ਦੋਨਾਂ ਨੇ ਮਿਲ ਕੇ ਕੀਤਾ ਸੀ, ਇੱਥੇ ਕੰਮ ਕੀਤਾ ਸੀ। UNDP ਆਕਸਫੋਰਡ ਯੂਨੀਵਰਸਿਟੀ, ਉਹ ਆਊਗਾ ਨਾ ਆਕਸਫੋਰਡ, ਇੱਦਾਂ ਹੀ ਠੀਕ ਹੈ, ਸਮਝੋਗੇ, ਉਹ ਵੀ ਆ ਗਿਆ, ਐਕਸ ਵੀ ਆ ਗਿਆ। Who amongst the following has been awarded with Sir Saeed Excellence Award 2023 by Aligarh Muslim University? ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੁਆਰਾ ਕਿਹੜੇ ਇੱਕ ਪਰਸਨ ਨੂੰ ਇਹ ਅਵਾਰਡ ਦਿੱਤਾ ਗਿਆ? ਕਿਹੜੇ ਅਵਾਰਡ ਦੀ ਗੱਲ ਕਰ ਰਹੇ ਆਪਾਂ? ਸਰ ਸਈਦ ਐਕਸੀਲੈਂਸ ਅਵਾਰਡ। ਤਾਂ ਇਹਨਾਂ ਦੇ ਵਿੱਚੋਂ ਪਰਸਨ ਦੇਖੋ ਆਪਣੇ ਕੋਲ ਕਿਹੜਾ, ਤਾਂ ਪਰਸਨ ਆਪ ਬਾਰਬਰਾ ਮੈਟਕਾਫ। ਕਿਹਨੂੰ ਦਿੱਤਾ ਗਿਆ? ਬਾਰਬਰਾ ਮੈਟਕਾਫ ਨੂੰ ਦਿੱਤਾ ਗਿਆ। ਹੁਣ ਬਾਰਬਰਾ ਮੈਟਕਾਫ ਦੀ ਗੱਲ ਕਰੀਏ, ਉਹਨਾਂ ਨੇ ਕੀ ਕੀਤਾ ਸੀ? ਉਹਨਾਂ ਨੇ ਇੰਡੀਪੈਂਡੈਂਸ ਦੇ ਟਾਈਮ ਦੇ ਦੌਰਾਨ, ਇੰਡੀਪੈਂਡੈਂਸ ਤੇ ਇੰਡੀਪੈਂਡੈਂਸ ਤੋਂ ਬਾਅਦ, ਆਫਟਰ, ਉਹਨਾਂ ਨੇ ਉਹ ਕੁਛ ਕਾਫੀ ਸਾਰੀ ਚੀਜ਼ਾਂ ਲਿਖੀਆਂ ਸੀ ਕਿ ਰਿਲੇਟਡ ਮੁਸਲਿਮ ਦੇ ਰਿਲੇਟਡ, ਵੀ ਉਹਨਾਂ ਤੇ ਕਿੰਨਾ ਇਫੈਕਟ ਪਿਆ, ਕੀ ਉਹਨਾਂ ਤੇ ਬੀਤ ਰਹੀ ਹੈ ਜਾਂ ਕਿਸ ਤਰੀਕੇ ਨਾਲ ਉਹ ਰਹਿ ਰਹੇ ਨੇ, ਉਹਦੇ ਲਈ ਇਹਨਾਂ ਨੇ ਬਹੁਤ ਕਾਫੀ ਕੁਛ ਲਿਖਿਆ ਸੀ, ਜਿਹਦੇ ਕਰਕੇ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਸੀ। Which of the following is India's first antidote and cure against SARS-CoV-2 virus which is developed by University of Hyderabad? किधे द्वारा डेवलप किया गया? University of Hyderabad द्वारा डेवलप किया गया। एक चीज़ इत्थे क्लियर होगी, with Center for the Cellular and Molecular Biology, जिहड़ी cellular ते molecular biology ते इफेक्ट करती है, मतलब अन्नी सही लेवल ते इफेक्ट करती है। तां किहड़ी ये वैक्सीन सीगी या वैक्सीन का नाम की सीगा? WinCov-19 की सीगी? WinCov-19 ਦੀ ਆਪਾਂ ਗੱਲ ਕਰ ਰਹੇ ਹਾਂ। ਸ਼ਿਹਾਨ ਕਰੁਣਾਤਿਲਕਾ ਹੈਜ਼ ਵੋਨ ਬ੍ਰਿਟੇਨਸ ਬੁੱਕ ਪ੍ਰਾਈਜ਼। ਕਿਹੜਾ? ਬ੍ਰਿਟੇਨ ਬੁਕਰ ਪ੍ਰਾਈਜ਼ ਮਿਲਿਆ 2022 ਦਾ, ਜਿਹੜਾ ਉਹਨਾਂ ਨੇ ਫਿਕਸ਼ਨਲ ਵਰਕ ਕੀਤਾ ਸੀ। ਬੁੱਕ ਦਾ ਨਾਮ ਕੀ ਸੀ? ਦੀ 7 ਮੂਨਸ ਆਫ ਮਾਲੀ ਅਲਮੀਦਾ। ਠੀਕ ਹੈ, ਹੀ ਇਜ਼ ਫਰੋਮ ਵਿਚ ਕੰਟਰੀ? ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਆ? ਹੁਣ ਕਿਹਨਾਂ ਦੀ ਗੱਲ ਕਰ ਰਿਹਾ? ਸ਼ਿਹਾਨ ਕਰੁਣਾਤਿਲਕਾ ਦੀ ਗੱਲ ਕਰ ਰਿਹਾ। ਤਾਂ ਉਹ ਕਿਹੜੀ ਕੰਟਰੀ ਦਾ ਬਿਲੋਂਗ ਕਰ ਰਿਹਾ? ਓਬਵੀਅਸਲੀ ਉਹ ਕੰਟਰੀ ਕਿਹੜੀ ਹੈ? ਇੰਡੀਆ ਨਹੀਂ ਹੈ। ਕਿਹੜੀ ਹੈ? ਸ਼੍ਰੀਲੰਕਾ। ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਹੋ? ਸ਼੍ਰੀਲੰਕਾ ਤੋਂ ਬਿਲੋਂਗ ਕਰਦੇ ਆ, ਜਿਨ੍ਹਾਂ ਨੇ 7 ਮੂਨਸ ਆਫ ਮਾਲੀ ਅਲਮੀਦਾ ਲਿਖੀ ਸੀਗੀ। ਇਸ ਤੋਂ ਪਹਿਲਾਂ ਵੀ ਇਹਨਾਂ ਨੇ ਇੱਕ ਬੁੱਕ ਲਿਖੀ ਸੀ, ਆਈ ਥਿੰਕ 2011 ਦੇ ਅਰਾਊਂਡ ਸੀਗੀ ਉਹ ਬੁੱਕ, ਨਾਮ ਮੈਨੂੰ ਪ੍ਰੋਪਰ ਯਾਦ ਨਹੀਂ ਆ ਰਿਹਾ। ਉਹਦੇ ਲਈ ਵੀ ਇਹਨਾਂ ਨੂੰ ਕੋਈ ਪ੍ਰਾਈਜ਼ ਮਿਲਿਆ ਸੀਗਾ। ਠੀਕ ਹੈ, ਤਾਂ ਉਹ ਵੀ ਕਮੈਂਟ ਕਰਕੇ ਦੇਖਿਓ, ਲੱਭਿਓ, ਜਰਾ ਸਰਚ ਕਰਿਓ। ਓਕੇ। The India Meteorological Department said that the post monsoon season 2022 ਦੇ ਅਗਰ post monsoon season ਦੀ ਗੱਲ ਕਰੀਏ, post monsoon season ਮਤਲਬ ਜਦੋਂ ਮੌਨਸੂਨ ਖਤਮ ਹੋਣ ਜਾ ਰਿਹਾ ਹੁੰਦਾ, ਠੀਕ ਹੈ, ਜਾਂ ਮੌਨਸੂਨ ਦੇ ਖਤਮ ਹੋਣ ਤੋਂ ਬਾਅਦ, post ਮਤਲਬ ਮੌਨਸੂਨ ਦੇ ਖਤਮ ਹੋਣ ਤੋਂ ਬਾਅਦ। The first cyclone is likely to develop in Bay of Bengal। ਵੀ Bay of Bengal ਦੇ ਵੀ ਸਭ ਤੋਂ ਪਹਿਲਾਂ ਜਿਹੜਾ ਸਾਈਕਲੋਨ ਆ ਉਹ ਮਤਲਬ ਹੋ ਸਕਦਾ, ਚਾਂਸਿਸ ਹੈਗੇ ਆ ਅਰਾਊਂਡ October 24 ਇਸ ਟਾਈਮ ਪੀਰੀਅਡ ਦੇ ਵਿੱਚ। ਉਹ ਸਾਈਕਲੋਨ ਦਾ ਨਾਮ ਕੀ ਹੈ? ਉਹ ਸਾਈਕਲੋਨ ਦਾ ਨਾਮ ਕੀ ਹੈ? ਹੁਣ ਉਹ ਸਾਈਕਲੋਨ ਦੇ ਨਾਮ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਆ ਜਾਊਗਾ? ਸਿਤਰੰਗ। ਸਾਈਕਲੋਨ ਦੇ ਨਾਮ ਦੀ ਗੱਲ ਕਰੀਏ ਤਾਂ ਉਹਦਾ ਨਾਮ ਕੀ ਆ ਜਾਊਗਾ? ਸਿਤਰੰਗ। ਲੇਕਿਨ ਇਹ ਕੁਐਸਚਨ ਨੂੰ ਅਗਰ ਮੈਂ ਟਵਿਸਟ ਕਰਕੇ ਬਣਾਵਾਂ ਤਾਂ ਕੀ ਬਣਾ ਸਕਦਾ ਵੀ ਜਿਹੜਾ ਇਹ ਸਾਈਕਲੋਨ ਨਾਮ ਸੀ ਸਿਤਰੰਗ, ਉਹ ਕਿਹੜੀ ਕੰਟਰੀ ਦੇ ਦੁਆਰਾ ਰੱਖਿਆ ਗਿਆ ਸੀ? ਸਿਤਰੰਗ ਜਿਹੜਾ ਨਾਮ ਸੀ ਉਹ ਕਿਹੜੀ ਕੰਟਰੀ ਦੇ ਦੁਆਰਾ ਰੱਖਿਆ ਗਿਆ ਸੀ? ਤਾਂ ਮੇਰੇ ਕੋਲ ਕੀ ਆ ਜਾਊਗਾ? ਇਹ ਨਾਮ ਰੱਖਿਆ ਗਿਆ ਸੀ ਥਾਈਲੈਂਡ ਦੇ ਦੁਆਰਾ। ਕਿਹਦੇ ਦੁਆਰਾ ਨਾਮ ਰੱਖਿਆ ਗਿਆ ਸੀ? ਇਹ ਥਾਈਲੈਂਡ ਦੇ ਦੁਆਰਾ ਇਹ ਨਾਮ ਰੱਖਿਆ ਗਿਆ ਸੀ। ਤੇ ਉਸ ਟਾਈਮ ਪੀਰੀਅਡ ਦੇ ਦੌਰਾਨ ਇੱਕ ਹੋਰ ਸਾਈਕਲੋਨ ਵੀ ਆਇਆ ਸੀ ਕਿੱਥੇ? ਬੇ ਆਫ ਬੰਗਾਲ ਦੇ ਵਿੱਚ। ਉਹਦਾ ਨਾਮ ਕੀ ਸੀਗਾ? ਸਮਥਿੰਗ ਲਾਈਕ ਤਿਤਲੀ। ਉਹਦਾ ਨਾਮ ਕੀ ਸੀਗਾ? ਤਿਤਲੀ ਉਹਦਾ ਨਾਮ ਸੀ। PSS ਵੀ ਐਕਸਰਸਾਈਜ਼ ਦੀ ਜਿਹੜੀ ਆਪਣੀ ਟੈਸਟ ਸੀਰੀਜ਼। ਓਕੇ, ਪੰਜਾਬ ਮਾਸਟਰ ਕੋਰਸ ਜਿਹੜਾ ਸਾਡਾ 2.0 ਸੀਗਾ, ਉੱਤੇ ਕੀ ਹੈ 20% ਦਾ ਕੀ ਚੱਲ ਰਿਹਾ? ਡਿਸਕਾਊਂਟ ਚੱਲ ਰਿਹਾ। ਹੁਣ ਜਿਹੜਾ ਇਹ ਹੈ ਓਵਰਲੇ ਸਟੂਡੈਂਟਸ ਲਈ ਹੈ, ਜਿਨ੍ਹਾਂ ਨੇ ਮਤਲਬ ਪ੍ਰੋਪਰ ਲੈਵਲ 'ਤੇ ਤਿਆਰੀ ਨਹੀਂ ਕੀਤੀ ਲੇਕਿਨ ਉਹ ਐਗਜ਼ਾਮ ਭਰੇ ਨੇ। ਐਗਜ਼ਾਮ ਪੋਸਟਪੋਨ ਹੋਣ ਨਾਲ ਉਹਨਾਂ ਨੂੰ ਇੱਕ ਉਮੀਦ ਮਿਲੀ ਹੈ,
ਤਾਂ ਕਿ ਉਹ ਕੀ ਕਰਨ, ਇਸ ਟਾਈਮ ਪੀਰੀਅਡ ਦੇ ਵਿੱਚ ਪ੍ਰੋਪਰ ਤੇ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਣ। ਠੀਕ ਹੈ, ਤਾਂ ਇਸ ਲਈ ਬਣੇ ਰਹੋ, ਜੁੜੇ ਰਹੋ। ਠੀਕ ਹੈ, ਤੁਸੀਂ ਸਾਡਾ ਇਹ ਕੋਰਸ ਵੀ ਖਰੀਦ ਸਕਦੇ ਹੋ ਜਿਹੜਾ 20% ਡਿਸਕਾਊਂਟ ਤੇ ਹੈ। ਜਿਹੜਾ ਤੁਸੀਂ ਕੂਪਨ ਲਗਾਓਗੇ, ਕਿਹੜਾ ਮਾਸਟਰ 20 ਦਾ ਕੂਪਨ ਲਗਾ ਸਕਦੇ ਹੋ, ਜਾਂ 9353000041 ਤੇ ਕੰਟੈਕਟ ਕਰ ਲਓ। ਇਹਨਾਂ ਨਾਮ ਸਰ ਦਾ ਨਾਮ ਕੀ ਹੈ, ਕਮਲ ਸਰ ਉਹਨਾਂ ਨਾਮ ਹੈ। ਉਹ ਤੁਹਾਨੂੰ ਗਾਈਡ ਕਰ ਦੇਣਗੇ ਬੈਟਰ ਤਰੀਕੇ ਨਾਲ। ਠੀਕ ਹੈ ਵੀ ਤੁਸੀਂ ਕੀ ਚੀਜ਼ ਕਰ ਸਕਦੇ ਹੋ ਤੇ ਕਿਹੜੀ ਤੁਹਾਡੇ ਲਈ ਬੈਟਰ ਰਹੂਗੀ। ਚਲੋ ਜੀ, ਦੈਟਸ ਆਲ ਫॉर टुडे। ਅੱਜ ਲਈ ਇੰਨਾ ਬਹੁਤ ਹੈ। ठीक है, टेक केयर, बाय बाय, सी यू एंड जय हिंद।